ਸਾਰਿਆਂ ਨੂੰ ਜੈ ਮਸੀਹ ਦੀ ਇੱਕ ਵਾਰ ਫਿਰ ਤੋਂ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਤੇ ਬਰਕਤ ਦੇਣ। ਅੱਜ ਦੀ ਸਵੇਰ ਦੇ ਵਿੱਚ ਮੈਂ ਇੱਕ ਵਾਰ ਫਿਰ ਤੋਂ ਤੁਹਾਡੇ ਸਨਮੁਖ ਆਉਂਦੀ ਹਾਂ ਪਰਮੇਸ਼ਵਰ ਦੀ ਆਤਮਾ ਦੇ ਨਾਲ। ਸੋ ਪਰਮੇਸ਼ਵਰ ਸਾਨੂੰ ਸਾਰਿਆਂ ਨੂੰ, ਸੁਣਾਉਣ ਵਾਲਿਆਂ ਨੂੰ ਤੇ ਸੁਣਨ ਵਾਲਿਆਂ ਦੋਨਾਂ ਨੂੰ ਬਰਕਤ ਦੇਣ, ਕਿਉਂਕਿ ਖੁਦਾ ਦੀ ਮਰਜ਼ੀ ਸਾਡੇ ਜੀਵਨਾਂ 'ਚ ਪੂਰੀ ਹੋਵੇ ਤੇ ਪਰਮੇਸ਼ਵਰ ਦੇ ਕੰਮ ਸਾਡੇ ਜੀਵਨਾਂ ਦੇ ਵਿੱਚ ਪ੍ਰਗਟ ਹੋਣ। ਸੋ ਅੱਜ ਦਾ ਜੋ ਵਚਨ ਹੈ, ਜੋ ਮੈਨੂੰ ਖੁਦਾ ਦੀ ਆਤਮਾ ਨੇ ਦਿੱਤਾ, ਅੱਜ ਮੈਂ ਤੁਹਾਡੇ ਵਿਚਕਾਰ ਲੈ ਕੇ ਆਈ ਹਾਂ। ਸੋ ਪਰਮੇਸ਼ਵਰ ਸਾਨੂੰ ਸਾਰਿਆਂ ਨੂੰ ਇਸ ਵਚਨ ਦੇ ਵਿੱਚ ਬਹੁਤ ਸਾਰੀ ਬਰਕਤ ਦੇਣ। ਆਓ ਇਸ ਵਚਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਦੇ ਲਈ ਇੱਕ ਦੁਆ ਨੂੰ ਕਰਦੀ ਹਾਂ। ਸਰਵ ਸ਼ਕਤੀਮਾਨ ਪਿਤਾ ਪਰਮੇਸ਼ਵਰ, ਸੈਨਾ ਦੇ ਯਹੋਵਾ ਖੁਦਾਵੰਦ ਖੁਦਾ, ਅੱਜ ਦਾ ਸਾਰਾ ਸਮਾਂ ਮੈਂ ਤੇਰੇ ਜ਼ੋਰਾਵਰ ਹੱਥਾਂ ਵਿੱਚ ਦਿੰਦੀ ਹਾਂ। ਮੇਰੇ ਬੋਲਣੇ ਨੂੰ ਮੈਂ ਤੇਰੇ ਹੱਥਾਂ ਵਿੱਚ ਦਿੰਦੀ ਹਾਂ। ਇਹਨਾਂ ਸੁਣਨ ਵਾਲਿਆਂ ਲਈ ਪਿਤਾ ਪਰਮੇਸ਼ਵਰ ਤੇਰੇ ਹੱਥਾਂ ਵਿੱਚ ਦਿੰਦੀ ਹਾਂ ਖੁਦਾ। ਮੈਂ ਕਿ ਇੱਕ ਜਨ ਨੂੰ ਜਿੰਨੇ ਸੁਣਨਗੇ ਖੁਦਾ, ਉਹਨਾਂ ਦੇ ਪਰਿਵਾਰਾਂ ਨੂੰ ਪਿਤਾ ਪਰਮੇਸ਼ਵਰ ਤੇਰੇ ਜ਼ੋਰਾਵਰ ਹੱਥਾਂ ਵਿੱਚ ਸੌਂਪਦੀ ਹਾਂ ਖੁਦਾਵੰਦ ਖੁਦਾ। ਅੱਜ ਦਾ ਦਿਨ ਜੋ ਤੁਸੀਂ ਸਾਡੇ ਲਈ ਪਿਤਾ ਪਰਮੇਸ਼ਵਰ ਠਹਿਰਾਇਆ, ਅਸੀਂ ਆਨੰਦਿਤ ਤੇ ਮਗਨ ਆ ਤੇ ਤੇਰੇ ਕੰਮ ਕਰਨ ਨੂੰ ਪਿਤਾ ਪਰਮੇਸ਼ਵਰ ਤੱਕਦੇ ਆ ਖੁਦਾਵੰਦ ਖੁਦਾ। ਕਿਉਂ ਜੋ ਤੇਰਾ ਆਤਮਾ ਸਾਡੇ ਵਿੱਚ ਵਸਦਾ ਹੈ, ਜੋ ਤੇਰਾ ਆਤਮਾ ਸਾਨੂੰ ਉਤਸ਼ਾਹਿਤ ਕਰਦਾ ਹੈ ਤੇਰੇ ਕੰਮਾਂ ਨੂੰ ਕਰਨ ਦੇ ਲਈ ਖੁਦਾਵੰਦ ਖੁਦਾ। ਇਨਸਾਨ ਦੀ ਕੀ ਫਿਤਰਤ ਹੈ ਖੁਦਾ ਕਿ ਤੇਰੇ ਕੰਮ ਕਰ ਸਕੇ, ਬੋਲ ਸਕੇ ਖੁਦਾ, ਜਦ ਤੱਕ ਤੇਰਾ ਆਤਮਾ ਨਾ ਚਲਾਵੇ ਖੁਦਾ। ਉਸੀ ਆਤਮਾ ਦੇ ਵਸੀਲੇ ਦੇ ਨਾਲ ਇੱਕ ਵਾਰ ਫਿਰ ਤੋਂ ਖੁਦਾ, ਤੇਰੀ ਬੇਟੀ ਜੋ ਵਚਨ ਤੇਰੀ ਆਤਮਾ ਨੇ ਦਿੱਤਾ, ਜਦ ਮੈਂ ਇਹਨਾਂ ਲੋਕਾਂ ਦੇ ਵਿੱਚ ਲੈ ਕੇ ਜਾਵਾਂ, ਸੁਣਨ ਵਾਲੇ ਉਧਾਰ ਪਾ ਜਾਣ ਖੁਦਾਵੰਦ ਖੁਦਾ। ਬੜੀ ਬੇਦਾਰੀ ਇਹਨਾਂ ਦੇ ਜੀਵਨਾਂ ਦੇ ਵਿੱਚ ਆਵੇ ਖੁਦਾ, ਹਰ ਰੁਕਾਵਟ ਇਹਨਾਂ ਦੇ ਜੀਵਨਾਂ 'ਚੋਂ ਜਾਂਦੀ ਰਵੇ ਖੁਦਾ। ਇਹ ਸੱਚ ਨੂੰ ਜਾਣ ਲੈਣ ਤੇ ਸੱਚ ਇਹਨਾਂ ਨੂੰ ਸੁਤੰਤਰ ਕਰ ਦੇਵੇ ਖੁਦਾਵੰਦ ਖੁਦਾ। ਮੇਰੇ ਪਿਤਾ ਪਰਮੇਸ਼ਵਰ, ਤੂੰ ਮਹਾਨ ਹੈ, ਤੂੰ ਕਰਤਾ ਤੇ ਧਰਤਾ ਪਰਮੇਸ਼ਵਰ ਹੈ ਖੁਦਾਵੰਦ ਖੁਦਾ। ਤੇਰੇ ਵਰਗਾ ਕੋਈ ਨਹੀਂ, ਤੂੰ ਮਹਿਮਾ ਮਈ ਪਰਮੇਸ਼ਵਰ ਹੈ। ਸਾਡੇ ਜੀਵਨਾਂ ਦੇ ਵਿੱਚ ਤੇਰੀ ਮਹਿਮਾ ਹਮੇਸ਼ਾ ਸਦਾ ਹੁੰਦੀ ਰਵੇ ਖੁਦਾ। ਯੀਸ਼ੂ ਨਾਮ ਸਾਡੇ ਜੀਵਨਾਂ 'ਚ ਉੱਚਾ ਕੀਤਾ ਜਾਵੇ ਖੁਦਾਵੰਦ ਖੁਦਾ। ਵਿਜ਼ਡਮ ਦੇ ਖੁਦਾ ਕਿ ਤੇਰੇ ਵਚਨ ਦੀ ਪਹਿਚਾਣ ਇਹ ਲੋਕਾਂ ਨੂੰ ਹੋਵੇ ਖੁਦਾਵੰਦ ਖੁਦਾ। ਇਸ ਸੱਚ ਨੂੰ ਜਾਣ ਲੈਣ ਕਿ ਤੇਰਾ ਵਚਨ ਸਾਨੂੰ ਕੀ ਸਿਖਾਉਂਦਾ ਹੈ, ਤੇਰੇ ਮਾਰਗ ਸਾਨੂੰ ਕੀ ਸਿਖਾਉਂਦੇ ਆ ਜੋ ਤੇਰੇ ਵੱਲੋਂ ਆ ਖੁਦਾਵੰਦ ਖੁਦਾ। ਅਸੀਂ ਕਿਹਨਾਂ ਮਾਰਗਾਂ ਤੇ ਚੱਲਣਾ ਖੁਦਾ। ਸਾਨੂੰ ਬੁੱਧੀ ਤੇ ਗਿਆਨ ਤੇ ਪ੍ਰਕਾਸ਼ ਦੇ ਖੁਦਾਵੰਦ ਖੁਦਾ। ਸਾਨੂੰ ਪਿਤਾ ਪਰਮੇਸ਼ਰ ਆਪਣੇ ਕੰਮਾਂ ਲਈ ਕਰਨ ਦੇ ਲਈ ਖੁਦਾਵੰਦ ਖੁਦਾ ਦਲੇਰੀ ਦੇ ਖੁਦਾ, ਸਾਮਰਥ ਦੇ ਅਨੁਗ੍ਰਹਿ ਕਰ ਖੁਦਾਵੰਦ ਖੁਦਾ। ਬੜੀ ਬੇਦਾਰੀ ਖੁਦਾਵੰਦ ਖੁਦਾ ਸਾਡੇ ਵਿੱਚ ਦੀ ਹੋ ਕੇ ਤੇਰੇ ਨਾਮ ਦੇ ਲਈ ਪਿਤਾ ਪਰਮੇਸ਼ਰ ਹੋਵੇ ਖੁਦਾਵੰਦ ਖੁਦਾ। ਮੇਰੇ ਪਿਤਾ ਪਰਮੇਸ਼ਵਰ ਯਹੋਵਾ, ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਅੱਜ ਦਾ ਕਲਾਮ ਜੋ ਮੈਨੂੰ ਦਿੱਤਾ, ਉਹ ਬਹੁਤ ਹੀ ਫਲ ਲੈ ਕੇ ਆਵੇਗਾ ਖੁਦਾਵੰਦ ਖੁਦਾ, ਔਰ ਇਹ ਫਲ ਸਦਾ ਸਾਡੇ ਜੀਵਨਾਂ 'ਚ ਬਣਿਆ ਰਹੇਗਾ। ਵੈਰੀ ਦੀ ਕੋਈ ਚਾਲ ਇਸ ਵਚਨ ਨੂੰ ਸਾਡੇ ਹਿਰਦਿਆਂ 'ਚੋਂ ਚੁਰਾ ਨਾ ਸਕੇਗੀ ਖੁਦਾਵੰਦ ਖੁਦਾ। ਮੈਂ ਇਹਨਾਂ ਸਭਨਾਂ ਲਈ ਪ੍ਰਾਰਥਨਾ ਕਰਦੀ, ਬਲੈਸ ਕਰਦੀ ਇਹਨਾਂ ਨੂੰ ਖੁਦਾਵੰਦ ਖੁਦਾ। ਇਹਨਾਂ ਦੇ ਆਉਣੇ ਜਾਣੇ ਨੂੰ ਬਲੈਸ ਕਰਦੀ, ਇਹਨਾਂ ਦੇ ਬਿਜ਼ਨਸਾਂ ਨੂੰ, ਇਹਨਾਂ ਦੀ ਹੈਲਥ ਨੂੰ, ਇਹਨਾਂ ਦੇ ਬੱਚਿਆਂ ਨੂੰ ਖੁਦਾ ਮੈਂ ਬਲੈਸ ਕਰਦੀ ਖੁਦਾਵੰਦ ਖੁਦਾ। ਮੇਰੇ ਖੁਦਾਵੰਦ ਖੁਦਾ ਅੱਛੀ ਵਿਜ਼ਡਮ ਦੇ ਨਾਲ ਮੈਂ ਇਹਨਾਂ ਨੂੰ ਬਲੈਸ ਕਰਦੀ ਜੋ ਯਹੋਵਾ ਵੱਲੋਂ ਹੈ ਖੁਦਾਵੰਦ ਖੁਦਾ। ਤੁਸੀਂ ਕਿਹਾ ਬੁੱਧੀ ਨੂੰ ਪੁਕਾਰ ਤੇ ਬੁੱਧੀ ਤੈਨੂੰ ਮਿਲੇਗੀ ਖੁਦਾ। ਉਹ ਬੁੱਧੀ ਇਹਨਾਂ ਨੂੰ ਸਮਝ ਮਿਲੇ ਖੁਦਾ, ਤਾਂ ਜੋ ਭਟਕਣ ਤੋਂ ਬਚ ਜਾਣ ਖੁਦਾਵੰਦ ਖੁਦਾ। ਮੇਰੇ ਪਿਤਾ ਪਰਮੇਸ਼ਵਰ, ਅੱਜ ਦੇ ਸਾਰੇ ਸਮੇਂ ਨੂੰ, ਆਪਣੇ ਬੋਲਣੇ ਨੂੰ, ਇਹਨਾਂ ਸੁਣਨ ਵਾਲਿਆਂ ਨੂੰ ਤੇਰੇ ਜ਼ੋਰਾਵਰ ਹੱਥਾਂ ਵਿੱਚ ਦਿੰਦੀਆਂ। ਇੱਕ ਪਰਿਵਾਰ ਨੂੰ, ਇੱਕ ਪਰਿਵਾਰ ਨੂੰ ਤੇਰੇ ਪਾਕ ਲਹੂ ਦੇ ਵਿੱਚ ਕਵਰ ਕਰਦੀਆਂ। ਤੇਰੀ ਆਤਮਾ ਦਾ ਪਹਿਰਾ ਮੰਗਦੀ ਖੁਦਾਵੰਦ ਖੁਦਾ। ਤੁਸੀਂ ਸਾਡੇ ਵਿੱਚ ਵੱਧ ਜਾਓ, ਅਸੀਂ ਘਟ ਜਾਈਏ ਖੁਦਾ, ਔਰ ਤੇਰੀ ਮਹਿਮਾ ਕਰੀਏ ਖੁਦਾਵੰਦ ਖੁਦਾ। ਸਾਡੇ ਜੀਵਨਾਂ 'ਚ ਖੁਦਾਵੰਦ ਖੁਦਾ ਤੇਰੀ ਮਹਿਮਾ ਹੋਵੇ, ਸਾਡੇ ਬੋਲਣੇ 'ਚ ਤੇਰੀ ਮਹਿਮਾ ਹੋਵੇ, ਸਾਡੇ ਸੁਣਨੇ 'ਚ ਤੇਰੀ ਮਹਿਮਾ ਹੋਵੇ ਖੁਦਾ। ਮੇਰੇ ਪਿਤਾ ਪਰਮੇਸ਼ਵਰ, ਸਾਰੇ ਸਮੇਂ ਨੂੰ ਤੇਰੇ ਹੱਥਾਂ ਵਿੱਚ ਦਿੰਦੀ ਹੋਈ ਸਾਰੀ ਪ੍ਰਾਰਥਨਾ ਨੂੰ ਆਪਣੇ ਪਿਆਰੇ ਉਧਾਰ ਕਰਤਾ ਪ੍ਰਭੂ ਯੀਸ਼ੂ ਦੇ ਜ਼ਿੰਦਾ ਤੇ ਸਮਰਥੀ ਨਾਮ 'ਚ ਮੰਗਦੀ ਹੋਈ ਸਾਰੀ ਪ੍ਰਾਰਥਨਾ ਰੂਹ ਦੇ ਵਸੀਲੇ ਨਾਲ ਪਾ ਲੈਂਦੀ ਆ। ਆਮੀਨ ਆਮੀਨ ਆਮੀਨ। ਸੋ ਅੱਜ ਦਾ ਜਿਹੜਾ ਵਚਨ ਹੈ ਪਰਮੇਸ਼ਵਰ ਨੇ ਮੈਨੂੰ ਦਿੱਤਾ, ਮੱਤੀ 5:13। ਤੁਸੀਂ ਜਦੋਂ ਇਸ ਵਚਨ ਨੂੰ ਸੁਣੋ, ਉਸ ਸਮੇਂ ਬਾਈਬਲ ਜ਼ਰੂਰ ਆਪਣੇ ਕੋਲ ਰੱਖਣਾ ਔਰ ਇਸ ਚੀਜ਼ ਨੂੰ ਪੜ੍ਹਨਾ ਨਾਲ। ਮੱਤੀ 5:13, ਨਮਕ ਔਰ ਜੋਤੀ। तुम, मैं पढ़ती हूँ, तुम पृथ्वी के नमक हो। असी की हाँ पृथ्वी दे नमक। तुम पृथ्वी के नमक हो, परंतु यदि नमक का स्वाद बिगड़ जाए तो वह फिर किस वस्तु से नमकीन किया जाएगा। फिर वह किसी काम का नहीं, केवल इसके कि बाहर फेंका जाए और मनुष्य के पैरों तले रोंदा जाए।
तुम जगत की ज्योति हो, जो नगर पहाड़ पर बसा हुआ है वह छिप नहीं सकता, और लोग दिया जलाकर पैमाने के नीचे नहीं परंतु दीपक दीपट पर रखते हैं, तब उससे घर के सब लोगों को प्रकाश पहुंचता है। हालेलुया। इसी उसी प्रकार तुम्हारा उजियाला मनुष्यों के सामने चमके, वह तुम्हारे भले कामों को देखकर तुम्हारे पिता की जो स्वर्ग में है बड़ाई करे। सब बोले आमीन। ਇਹ ਵਚਨ ਜੋ ਮੈਨੂੰ ਪਰਮੇਸ਼ਵਰ ਨੇ ਡਾਇਰੈਕਟ ਹੈਵਨ ਤੋਂ ਦਿੱਤਾ ਸੀ, ਔਰ ਪਰਮੇਸ਼ਵਰ ਦੇ ਸਵਰਗਦੂਤ ਨੇ ਮੇਰੇ ਸਾਹਮਣੇ ਖਲੋ ਕੇ ਇਹ ਕਿਹਾ ਸੀ ਕਿ ਤੂੰ ਬੋਲ ਕਿ ਮੈਂ ਪ੍ਰਿਥਵੀ ਦਾ ਨਮਕ ਹਾਂ। ਔਰ ਮੈਂ ਕੰਟੀਨਿਊ ਇਸ ਚੀਜ਼ ਨੂੰ ਬੋਲਦੀ ਰਹੀ ਜਦੋਂ ਮੈਨੂੰ ਪਰਮੇਸ਼ਵਰ ਨੇ ਹੈਵਨ ਤੋਂ ਇਸ ਵਚਨ ਨੂੰ ਮੇਰੇ ਕੋਲ ਭੇਜਿਆ, ਇੱਕ ਆਪਣੇ ਸਵਰਗਦੂਤ ਦੇ ਹੱਥੋਂ, ਆਪਣੇ ਫਰਿਸ਼ਤੇ ਦੇ ਹੱਥੋਂ। ਔਰ ਮੈਂ ਉਹਦੇ ਪਿੱਛੇ ਪਿੱਛੇ ਬੋਲੀ ਗਈ ਕਿ ਮੈਂ ਪ੍ਰਿਥਵੀ ਦਾ ਨਮਕ ਹਾਂ। ਔਰ ਬਹੁਤ ਟਾਈਮ ਬਾਅਦ ਮੈਨੂੰ ਇਸ ਚੀਜ਼ ਦੀ ਸਮਝ ਆਈ ਕਿ ਨਮਕ ਕਿਉਂ ਪਰਮੇਸ਼ਵਰ ਨੇ ਕਿਹਾ। ਸੋ ਅੱਜ ਮੈਂ ਇਹੋ ਹੀ ਵਚਨ ਤੁਹਾਡੇ ਵਿਚਕਾਰ ਇਸ ਲਈ ਲੈ ਕੇ ਆਈ ਹਾਂ ਤਾਂ ਕਿ ਤੁਸੀਂ, ਪਰਮੇਸ਼ਵਰ ਨੇ ਕਿਹਾ ਨਮਕ ਔਰ ਜੋਤੀਆਂ, ਤੁਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਅਗਰ ਸਮਝ ਗਏ ਤੇ ਤੁਸੀਂ ਆਪਣੇ ਜੀਵਨ ਦੇ ਵਿੱਚ ਬੜੇ ਮਿਰਾਕਲ ਨੂੰ ਦੇਖੋਗੇ ਜੋ ਖੁਦਾ ਦੀ ਮਹਿਮਾ ਲਈ ਹੋਣਗੇ। ਮੈਂ ਆਤਮਿਕ ਮਿਰਾਕਲ ਦੀ ਗੱਲ ਕਰਦੀ ਹਾਂ। ਸੋ ਪਰਮੇਸ਼ਵਰ ਨੇ ਕਿਹਾ ਤੁਮ ਪ੍ਰਿਥਵੀ ਕੇ ਨਮਕ ਹੋ। ਜਦੋਂ ਅਸੀਂ ਆਪਣੇ ਜੀਵਨ ਦੇ ਵਿੱਚ ਦੇਖਦੇ ਹਾਂ ਕਿ ਜਦੋਂ ਘਰਾਂ 'ਚ ਆਪਾਂ ਦਾਲ ਸਬਜ਼ੀ ਬਣਾਉਂਦੇ ਹਾਂ ਤਾਂ ਅਸੀਂ ਉਹਦੇ ਵਿੱਚ ਅਗਰ ਨਮਕ ਨਾ ਪਾਈਏ ਤੇ ਉਹਦਾ ਟੇਸਟ ਜਿਹੜਾ ਆ ਸਬਜ਼ੀ ਦਾ ਕਦੀ ਵੀ ਨਹੀਂ ਆਉਂਦਾ, ਚਾਹੇ ਤੁਸੀਂ ਕਿੱਦਾਂ ਦੇ ਵੀ ਤੜਕੇ ਲਗਾ ਲਓ, ਉਹਦਾ ਟੇਸਟ ਤੁਹਾਨੂੰ ਕਦੀ ਨਹੀਂ ਆਏਗਾ। ਜਦੋਂ ਤੁਸੀਂ ਉਹਦੇ ਵਿੱਚ ਸਾਲਟ ਪਾਓਗੇ ਤੇ ਉਹ ਬਹੁਤ ਹੀ ਸਵਾਦ ਹੋ ਜਾਂਦਾ। ਸੋ ਪਰਮੇਸ਼ਵਰ ਨੇ ਇੱਥੇ ਨਮਕ ਦੀ ਉਦਾਹਰਨ ਸਾਡੇ ਲਈ ਇਸ ਲਈ ਦਿੱਤੀ ਕਿ ਤੁਸੀਂ ਆਪਣੇ ਵਿੱਚ ਨਮਕ ਰੱਖੋ, ਟੇਸਟ ਰੱਖੋ, ਕਿ ਤੁਸੀਂ ਜਦ ਲੋਕੀ ਤੁਹਾਡੇ ਨਾਲ ਗੱਲ ਕਰਨ ਪਰਮੇਸ਼ਵਰ ਦੀ ਖੁਸ਼ਬੂ ਤੁਹਾਡੇ ਗੱਲਾਂ ਦੇ ਵਿੱਚ ਚੱਲ ਕੇ, ਉਹ ਪਰਮੇਸ਼ਵਰ ਦਾ ਚਾਲ ਚੱਲਣ ਤੁਹਾਡੀਆਂ ਗੱਲਾਂ ਦੇ ਵਿੱਚੋਂ ਉਹਨਾਂ ਨੂੰ ਨਜ਼ਰ ਆਵੇ, ਤੁਹਾਡੇ ਕਰਮਾਂ ਦੇ ਵਿੱਚੋਂ ਪਰਮੇਸ਼ਵਰ ਦਾ ਚਾਲ ਚੱਲਣ ਨਜ਼ਰ ਆਵੇ। ਔਰ ਜਦੋਂ ਤੁਸੀਂ ਕਿਸੇ ਨਾਲ ਪਰਮੇਸ਼ਵਰ ਦੀ ਗੱਲ ਕਰੋ ਤੇ ਉਹ ਉਸ ਬਚਨਾਂ ਨੂੰ ਸੁਣ ਕੇ ਉਹਦੀ ਜ਼ਿੰਦਗੀ ਵਿੱਚ ਵੀ ਉਹ ਟੇਸਟ ਭਰ ਜਾਵੇ ਤੇ ਉਹ ਵੀ ਉਤਾਵਲਾ ਹੋ ਜਾਵੇ ਕਿ ਮੈਂ ਵੀ ਇੰਜ ਕਰਾਂ। ਜੇ ਤੁਹਾਡੇ ਵਿੱਚ ਨਮਕ ਆ, ਤੁਹਾਡੇ ਵਿੱਚ ਪ੍ਰਭੂ ਦੇ ਕੰਮਾਂ ਨੂੰ ਕਰਨ ਦੇ ਲਈ ਇੱਕ ਦੌੜ ਆ, ਮਤਲਬ ਇੱਕ ਜਿੱਦਾਂ ਆਪਾਂ ਉਦਾਹਰਨ ਦੇ ਤੌਰ ਤੇ ਕਹਿੰਦੇ ਆ ਕਿ ਇੱਕ ਸਾਡੇ ਅੰਦਰ ਚੀਜ਼ ਆ ਕਿ ਆਪਾਂ ਇਹ ਕੰਮ ਕਰਨਾ ਹੀ ਕਰਨਾ ਆ। ਜੇ ਤੁਹਾਡੇ ਅੰਦਰ ਉਹ ਸ਼ਮਤਾ ਆ, ਸਾਲਟ ਖੁਦਾ ਦਾ ਆ, ਜਿਹੜਾ ਖੁਦਾ ਨੇ ਸਾਨੂੰ ਪ੍ਰਿਥਵੀ ਦਾ ਨਮਕ ਹੋ ਕੇ ਬਣਾਇਆ ਕਿ ਤੁਹਾਡੇ ਵਿੱਚ ਟੇਸਟ ਨਾ ਕਦੀ ਵੀ ਜਾਵੇ, ਪਰਮੇਸ਼ਵਰ ਦੇ ਵਚਨ ਤੋਂ ਕਦੀ ਵੱਖ ਨਾ ਹੋਵੋ, ਪਰਮੇਸ਼ਵਰ ਦੇ ਨਾਲ ਜੁੜੇ ਰਹੋ। ਜੁੜੇ ਰਵਾਂਗੇ ਤਾਂ ਸਾਡੇ ਅੰਦਰ ਪ੍ਰਿਥਵੀ ਦੇ ਅਸੀਂ ਸਾਲਟ ਠਹਿਰਾਂਗੇ, ਨਮਕ ਠਹਿਰਾਂਗੇ। ਤੋ ਜੇ ਸਾਡੇ ਵਿੱਚ ਨਮਕ ਹੈ, ਅਸੀਂ ਬਹੁਤਿਆਂ ਨੂੰ ਸਵਾਦਿਸ਼ਟ, ਜਿੱਦਾਂ ਕਹਿੰਦੇ ਆ ਨਾ ਭੋਜਨ ਖਿਲਾਉਂਦੇ ਆ, ਖਿਲਾਵਾਂਗੇ ਜੋ ਆਤਮਿਕ ਹੈ। ਸਭ ਨੂੰ ਉਹ ਸਵਾਦਿਸ਼ਟ ਭੋਜਨ ਖਿਲਾ ਸਕਾਂਗੇ ਜਿਹੜਾ ਆਤਮਿਕ ਆ, ਜੋ ਅੱਜ ਮੈਂ ਦਿੰਦੀ ਆ, ਜੋ ਮੇਰੇ ਚੈਨਲ ਦਾ ਨਾਮ ਹੈ ਜੀਵਨ ਕੀ ਰੋਟੀ, ਪ੍ਰਭੂ ਯੀਸ਼ੂ ਮਸੀਹ, ਦ ਬ੍ਰੈਡ ਆਫ ਲਾਈਫ। ਸੋ ਅਗਰ ਸਾਡੇ ਵਿੱਚ ਸਾਲਟ ਆ ਤੇ ਅਸੀਂ ਪਰਮੇਸ਼ਵਰ ਦੇ ਕਲਾਮ ਨੂੰ ਜਦੋਂ ਦੂਜਿਆਂ ਵਿੱਚ ਵੰਡਾਂਗੇ, ਉਹ ਵੀ ਉਸ ਉਤਸ਼ਾਹਿਤ ਦੇ ਨਾਲ ਭਰ ਜਾਵੇਗਾ ਕਿ ਮੈਂ ਵੀ ਕੁਛ ਖੁਦਾ ਲਈ ਕਰਾਂ। ਜੇ ਅਸੀਂ ਫਿੱਕੇ ਆ, ਅਸੀਂ ਢਿੱਲੇ ਆ ਤੇ ਦੂਜਿਆਂ ਨੂੰ ਅਸੀਂ ਕੀ ਕਰ ਸਕਦੇ ਹਾਂ। ਇਸ ਲਈ ਪਰਮੇਸ਼ਵਰ ਨੇ ਕਿਹਾ ਤੁਮ ਪ੍ਰਿਥਵੀ ਕੇ ਨਮਕ ਹੋ, परंतु यदि नमक का स्वाद बिगड़ जाए तो वो फेंकने के, अगर किसी ਅਸੀਂ खुदा ਦੇ ਕੰਮ ਨਹੀਂ ਆਵਾਂਗੇ ਤੇ ਅਸੀਂ ਰੱਦ ਕੀਤੇ ਜਾਵਾਂਗੇ। ਪਰਮੇਸ਼ਵਰ ਰੱਦ ਕਰਦੇ ਆ, ਬਾਈਬਲ ਦੱਸਦੀ ਆ। ਅਗਰ ਅਸੀਂ ਪਰਮੇਸ਼ਵਰ ਦੇ ਕੰਮ ਨਹੀਂ ਆਵਾਂਗੇ ਤਾਂ ਅਸੀਂ ਰੱਦ ਕੀਤੇ ਜਾਵਾਂਗੇ। ਜੇ ਸਾਡੇ ਵਿੱਚ ਕੋਈ ਟੇਸਟ ਹੀ ਨਹੀਂ, ਕੋਈ ਪਰਮੇਸ਼ਵਰ ਦਾ ਵਚਨ ਸੁਣਾਉਣ ਦੀ ਕੋਈ ਤੜਫ ਹੀ ਨਹੀਂ ਹੈਗੀ, ਕੋਈ ਜਲਨ ਹੀ ਨਹੀਂ ਹੈਗੀ ਕਿ ਅਸੀਂ ਖੁਦਾ ਲਈ ਕੁਝ ਕਰਨਾ ਆ। ਜੇ ਸਾਲਟ ਹੋਊਗਾ ਸਾਡੇ ਅੰਦਰ ਜਲਨ ਹੋਗੀ, ਸਾਡੇ ਅੰਦਰ ਪਰਮੇਸ਼ਵਰ ਦੇ ਵਚਨ ਨੂੰ ਸੁਣਾਉਣ ਦੀ ਬਹੁਤ ਜ਼ਿਆਦਾ ਉਤਾਵਲਾਪਨ ਸਾਡੇ ਅੰਦਰ ਹੋਵੇਗਾ, ਕਿਉਂਕਿ ਅਸੀਂ ਭਰੇ ਹੋਏ ਹਾਂ ਉਸ ਚੀਜ਼ ਦੇ ਨਾਲ। ਤੇ ਜੇ ਸਾਡੇ ਅੰਦਰ ਉਹ ਟੇਸਟ ਨਹੀਂ ਤੇ ਅਸੀਂ ਪਰਮੇਸ਼ਵਰ ਵੱਲੋਂ ਰੱਦ ਕੀਤੇ ਹੋਏ, ਸਾਈਡ ਤੇ ਲੱਗੇ ਹੋਏ ਹਾਂ, ਜੋ ਦੁਖੀ ਲਾਚਾਰ ਆ, ਔਰ ਸਾਡੇ ਵਿੱਚ
ਸਾਡੀਆਂ ਨਾ ਤਾਂ ਕੋਈ ਗੱਲਾਂ ਸੁਣੇਗਾ, ਨਾ ਸਾਡੇ ਨਾਲ ਕੋਈ ਟੱਚ ਦੇ ਵਿੱਚ ਆਵੇਗਾ, ਕਿਉਂਕਿ ਅਸੀਂ ਬੇਕਾਰ ਹਾਂ। ਅਸੀਂ ਆਪਣੇ ਆਪ ਨੂੰ ਬੇਕਾਰ ਕੀਤਾ। ਖੁਦਾ ਨੇ ਸਾਨੂੰ ਪ੍ਰਿਥਵੀ ਦੇ ਨਮਕ ਬਣਾਇਆ, ਪਰ ਅਸੀਂ ਉਸ ਨਮਕ ਨੂੰ ਰਿਜੈਕਟ ਕੀਤਾ। ਅਸੀਂ ਉਸ ਤਰ੍ਹਾਂ ਪਰਮੇਸ਼ਵਰ ਦੇ ਕਹਿਣੇ ਦੇ ਵਿੱਚ ਨਹੀਂ ਚੱਲੇ। ਉਹ ਟੇਸਟ ਆਪਣੇ ਵਿੱਚ ਨਹੀਂ ਰੱਖਿਆ ਜੋ ਆਤਮਿਕ ਆ। ਉਹ ਆਤਮਿਕ ਟੇਸਟ ਜੇ ਤੁਹਾਡੇ ਵਿੱਚ ਹੋਵੇਗਾ, ਬਹੁਤ ਜਣੇ ਤੁਹਾਡੇ ਨਾਲ ਜੁੜ ਕੇ ਉਸ ਟੇਸਟ ਦਾ ਆਨੰਦ ਤੇ ਸਵਾਦ ਲੈ ਸਕਦੇ ਆ। ਹਰ ਕੋਈ ਜੋ ਵੀ ਪਰਮੇਸ਼ਵਰ ਦਾ ਵਚਨ ਕਲਾਮ ਸੁਣਾਉਂਦਾ, ਉਹਦੇ ਅੰਦਰ ਪਰਮੇਸ਼ਵਰ ਦਾ ਸਾਲਟ ਆ। ਔਰ ਜਦੋਂ ਤੁਸੀਂ ਉਸ ਪ੍ਰੀਚ ਨੂੰ ਸੁਣਦੇ ਆ, ਉਹ ਤੁਹਾਨੂੰ ਵਧੀਆ ਲੱਗਦਾ। ਤੁਸੀਂ ਕਹਿੰਦੇ ਆ ਵਾਓ, ਦਿਲ ਨੂੰ ਛੂ ਗਈ ਇਹਦੀ ਪ੍ਰੀਚਿੰਗ। ਤੇ ਜਦੋਂ ਛੂੰਦੀ ਆ ਤੇ ਫਿਰ ਤੁਹਾਨੂੰ ਪਤਾ ਆ ਇੱਕ ਨਿਊ ਬਿਗਨਿੰਗ ਆਉਂਦੀ ਆ, ਜੋ ਪਰਮੇਸ਼ਵਰ ਵੱਲੋਂ ਆ, ਕਿਉਂਕਿ ਉਹਦੇ ਅੰਦਰ ਸਾਲਟ ਆ। ਪਰਮੇਸ਼ਵਰ ਨੇ ਉਹਨੂੰ ਪ੍ਰਿਥਵੀ ਦਾ ਨਮਕ ਬਣਾਇਆ, ਔਰ ਉਸਨੇ ਆਪਣੇ ਉਸ ਨਮਕ ਨੂੰ ਸੰਭਾਲਿਆ ਔਰ ਉਹਨੂੰ ਯੂਜ਼ ਕੀਤਾ। ਜੋ ਸਾਡੇ ਅੰਦਰ ਆ, ਜੋ ਖੁਦਾ ਸਾਡੇ ਅੰਦਰ ਗਿਫਟ ਪਾਉਂਦੇ ਆ, ਅਗਰ ਅਸੀਂ ਉਹਨੂੰ ਯੂਜ਼ ਕਰਦੇ ਆ ਤੇ ਅਸੀਂ ਪ੍ਰਿਥਵੀ ਦੇ ਨਮਕ ਬਣ ਜਾਂਦੇ ਆ। ਫਿਰ ਜਦੋਂ ਇਸ ਪ੍ਰੀਚਿੰਗ ਨੂੰ ਅਸੀਂ ਦੁਨੀਆ ਤੱਕ ਲੈ ਕੇ ਜਾਂਦੇ ਆ, ਫਿਰ ਉਹੀ ਸਵਾਦ ਉਹਨਾਂ ਦੇ ਜੀਵਨ ਦੇ ਵਿੱਚ, ਉਹਨਾਂ ਦੀ ਆਤਮਾ ਦੇ ਵਿੱਚ ਚਲਿਆ ਜਾਂਦਾ। ਜੇ ਸਾਡੇ ਵਿੱਚ ਹੈ ਤੇ ਅਸੀਂ ਦੇਵਾਂਗੇ, ਅਦਰਵਾਈਜ਼ ਅਸੀਂ ਨਹੀਂ ਦੇ ਸਕਦੇ। ਪਰਮੇਸ਼ਵਰ ਨੇ ਦੂਜਾ ਕਿਹਾ ਤੁਸੀਂ ਜੋਤੀ ਆ। ਪ੍ਰਭੂ ਯੀਸ਼ੂ ਨੇ ਕਿਹਾ ਮੈਂ ਜਗਤ ਦੀ ਜੋਤੀ ਆ, ਬਚਨ ਕਹਿੰਦਾ ਹੈ। ਤੇ ਸਾਡਾ ਮਸੀਹਾ ਜਗਤ ਦੀ ਜੋਤੀ ਆ, ਤੇ ਹੁਣ ਅਸੀਂ ਕਿਹਦੇ ਆ? ਮਸੀਹ ਦੇ। ਤੇ ਹੁਣ ਅਸੀਂ ਅੰਧੇਰੇ ਚੋਂ ਨਿਕਲ ਕੇ ਜੋਤੀ ਵਿੱਚ ਆ ਗਏ ਆ। ਤੇ ਉਹ ਜੋਤੀ ਸਾਡੇ ਵਿੱਚ ਨਜ਼ਰ ਆਉਣੀ ਚਾਹੀਦੀ ਆ। ਤੇ ਉਹ ਜੋਤੀ ਸਾਡੇ ਵਿੱਚ ਕਿੱਦਾਂ ਨਜ਼ਰ ਆਏਗੀ? ਜੋਤੀ ਨੂੰ ਤੁਸੀਂ ਕੀ ਸਮਝਦੇ, ਕਿੱਦਾਂ ਨਜ਼ਰ ਆਏਗੀ? ਕਿ ਅਸੀਂ ਇੱਕ ਲਾਈਟ ਦੇ ਵਿੱਚ ਬੈਠੇ ਹੋਵਾਂਗੇ? ਇਹ ਪਰਮੇਸ਼ਵਰ ਦੀ ਜੋਤੀ ਸਾਡੇ ਕਰਮਾਂ ਦੇ ਵਿੱਚ ਨਜ਼ਰ ਜਦੋਂ ਆਵੇਗੀ, ਉਹ ਕਿੱਦਾਂ ਆਵੇਗੀ? ਜਦੋਂ ਸਾਨੂੰ ਲੋਕ ਦੇਖਣਗੇ, ਉਹ ਵਾਕਿਆ ਹੀ ਕਹਿਣਗੇ ਕਿ ਅੰਧੇਰੇ ਦਾ ਇਹਦੇ ਜੀਵਨ 'ਚ ਕੋਈ ਕੰਮ ਨਹੀਂ ਹੈ, ਇਹ ਪ੍ਰਕਾਸ਼ ਦੇ ਵਿੱਚ ਆ ਚੁੱਕਾ। ਕਿਉਂਕਿ ਸਾਡੇ ਕਰਮਾਂ ਦੁਆਰਾ, ਸਾਡੇ ਸ਼ਬਦਾਂ ਦੁਆਰਾ ਲੋਕੀ ਜਾਂਚਣਗੇ ਕਿ ਅਸੀਂ ਜਗਤ ਦੀ ਜੋਤੀ ਬਣ ਚੁੱਕੇ ਹਾਂ। ਅਸੀਂ ਨੈਗੇਟਿਵ ਨਹੀਂ ਹੋਵਾਂਗੇ, ਅਸੀਂ ਪੋਜ਼ਿਟਿਵ ਹੋਵਾਂਗੇ, ਕਿਉਂਕਿ ਨੈਗੇਟਿਵ ਅੰਧਕਾਰ ਨੂੰ ਦਰਸਾਉਂਦਾ ਆ, ਨੈਗੇਟਿਵ ਅੰਧੇਰੇ ਨੂੰ ਦਰਸਾਉਂਦੀ ਆ, ਪੋਜ਼ਿਟਿਵਿਟੀ ਜੋਤੀ ਨੂੰ ਦਰਸਾਉਂਦੀ ਆ। ਜਦੋਂ ਤੁਸੀਂ ਪੋਜ਼ਿਟਿਵਿਟੀ ਵਿੱਚ ਆਓਗੇ, ਮੰਨ ਲਓ ਤੁਸੀਂ ਇੱਕ ਇਨਸਾਨ ਆ, ਉਹ ਨਿਰਾਸ਼ ਬੈਠਾ, ਤੁਸੀਂ ਉਹਦੇ ਸਾਹਮਣੇ ਜਾ ਕੇ, ਕਿਉਂਕਿ ਤੁਸੀਂ ਜੋਤੀ ਆ, ਜੇ ਤੁਸੀਂ ਜੋਤੀ ਆ, ਉਹਦੇ ਸਾਹਮਣੇ ਜਾ ਕੇ ਪਰਮੇਸ਼ਵਰ ਦੇ ਵਚਨ ਨੂੰ ਖੋਲ ਲੂੰਗੇ, ਪੜ੍ਹਨਾ ਸ਼ੁਰੂ ਕਰੋਗੇ, ਇੱਕ ਪੋਜ਼ਿਟਿਵਿਟੀ ਉਹਦੇ ਅੰਦਰ ਆਉਣੀ ਸ਼ੁਰੂ ਹੋ ਜਾਏਗੀ। ਉਹ ਵੀ ਹੌਲੀ 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 ਹਨੇਰੇ 'ਚ ਨਿਕਲ ਕੇ ਜੋਤੀ 'ਚ ਪ੍ਰਵੇਸ਼ ਕਰਨਾ ਸ਼ੁਰੂ ਕਰ ਦੇਗਾ। ਅਗਰ ਤੁਸੀਂ ਜੋਤੀ ਆ ਤਾਂ, ਅਗਰ ਤੁਹਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦੀ ਜੋਤੀ ਆ। ਸੋ ਇੱਥੇ ਲਿਖਿਆ और लोग दिया जलाकर पैमाने के नीचे नहीं परंतु दीपट पर रखते हैं, तब उससे घर के सब लोगों को प्रकाश पहुंचता है। और तुम्हारा इसी प्रकार तुम्हारा उजाला मनुष्यों के सामने चमके कि वह तुम्हारे भले कामों को देखकर पिता की महिमा करने पाए। अगर असी जगत की ज्योति हाँ, असी परमेश्वर की लाइट विच एंट्री कर चुके हाँ, तो साडे काम किद्दां दे होने चाहिए? भले। ਅਸੀਂ ਆਪਣੇ ਪਰਿਵਾਰ ਦੇ ਲਈ ਇੱਕ ਮਿਸਾਲ ਹੋਣੇ ਚਾਹੀਦੇ ਆ। ਤੇ ਜਦੋਂ ਅਸੀਂ ਜੋਤੀ ਬਣ ਚੁੱਕੇ ਆ, ਤੇ ਸਾਡੇ ਕਾਰਨ ਸਾਡਾ ਪਰਿਵਾਰ ਵੀ ਉਜਾਲੇ ਦੇ ਵਿੱਚ ਆ ਜਾਂਦਾ। ਫਿਰ ਅਸੀਂ ਪਰਮੇਸ਼ਵਰ ਦੇ ਜਦੋਂ ਜੋਤੀ ਬਣ ਗਏ, ਅਸੀਂ ਹਨੇਰੇ ਚੋਂ ਨਿਕਲ ਗਏ, ਸਾਨੂੰ ਸਭ ਕੁਝ ਸਾਫ਼ ਦਿਸਣਾ ਸ਼ੁਰੂ ਹੋ ਜਾਂਦਾ। ਫਿਰ ਤੇ ਤੁਸੀਂ ਅੱਜ ਆਪਣੇ ਜੀਵਨ ਵਿੱਚ ਇਹ ਵਿਚਾਰੋ ਕਿ ਤੁਸੀਂ ਚਾਨਣ ਦੇ ਵਿੱਚ ਆ ਗਏ ਆ, ਔਰ ਤੁਸੀਂ ਪ੍ਰਿਥਵੀ ਦਾ ਨਮਕ ਹੋ। ਜੇ ਨਮਕ ਹੋ ਤੇ ਤੁਹਾਡੇ 'ਚ ਉਹ ਟੇਸਟ ਹੋਵੇਗਾ ਕਿ ਦੂਜਿਆਂ ਨੂੰ ਵੀ ਤੁਸੀਂ ਆਪਣੇ ਰੰਗ ਵਿੱਚ ਰੰਗ ਲਓਗੇ। ਜਿੱਦਾਂ ਤੁਸੀਂ ਆਪਣੇ ਪਰਮੇਸ਼ਵਰ ਦੇ ਵਚਨ ਦੇ ਵਿੱਚ ਰੰਗੇ ਹੋਏ ਆ, ਉਹ ਵੀ ਤੁਹਾਡੇ ਨਾਲ ਰਲ ਕੇ ਤੇ ਤੁਹਾਡੇ ਰੰਗ ਵਿੱਚ ਰੰਗ ਜਾਏਗਾ। ਜਿੱਦਾਂ ਇੱਕ ਕਹਾਵਤ ਆ, ਖਰਬੂਜਾ ਖਰਬੂਜੇ ਨੂੰ ਦੇਖ ਕੇ ਰੰਗ ਬਦਲਦਾ। ਸੋ ਅਗਰ ਤੁਸੀਂ ਪਰਮੇਸ਼ਵਰ ਦੇ ਪਿਆਰੇ ਚੁਣੇ ਹੋਏ ਧੀਆਂ ਤੇ ਪੁੱਤਰ ਆ, ਔਰ ਤੁਹਾਡੇ ਵਿੱਚ ਸਾਲਟ ਆ, ਔਰ ਤੁਸੀਂ ਜਗਤ ਦੀ ਜੋਤੀ ਆ, ਜੋ ਤੁਹਾਡੇ ਨਾਲ ਬੈਠੇਗਾ ਉਹਦੇ ਵਿੱਚ ਵੀ ਉਹ ਚੀਜ਼ਾਂ ਆਉਣੀਆਂ ਸ਼ੁਰੂ ਹੋ ਜਾਏਗੀਆਂ। ਸੋ ਆਪਣੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਸੋਚਣ ਤੇ ਵਿਚਾਰਨ ਦੀ ਜ਼ਰੂਰਤ ਹੈ ਸਾਨੂੰ ਕਿ ਅਸੀਂ ਸਾਲਟ ਵਾਲੇ ਆ, ਅਸੀਂ ਜੋਤੀ ਪਾਏ ਹੋਏ ਆ, ਤੇ ਸਾਡੇ ਕੰਮ ਜੋਤੀ ਵਾਲੇ ਹੋਣਗੇ। ਅਗਰ ਅਸੀਂ ਜੋਤੀ ਨਹੀਂ ਪਾਏ ਤੇ ਸਾਡੇ ਕੰਮ ਅੰਧੇਰੇ 'ਚ ਹੋਣੇ, ਨੈਗੇਟਿਵਿਟੀ ਸਾਡੇ ਕੋਲ ਹੋਵੇਗੀ। ਇਹ ਕਿੱਦਾਂ ਹੋਵੇਗਾ? ਇਹ ਕਿੱਦਾਂ ਹੋਣਾ ਚਾਹੀਦਾ? ਇਹ ਕਿਉਂ ਨਹੀਂ ਹੋ ਰਿਹਾ? ਅਸੀਂ ਇੱਕ
ਅੰਨੀਆਂ ਅੱਖਾਂ ਹੁੰਦੇ ਹੋਏ ਵੀ ਇੱਕ ਅੰਨੇ ਆ, ਕਿਉਂਕਿ ਸਾਡੇ ਕੋਲ ਜੋਤੀ ਨਹੀਂ ਹੈਗੀ। ਜੇ ਸਾਡੇ ਕੋਲ ਜੋਤੀ ਆ, ਅਸੀਂ ਸੁਜਾਖੀਆਂ, ਅਸੀਂ ਪਰਮੇਸ਼ਵਰ ਦੇ ਰਾਜ ਦੇ ਵਿੱਚ ਐਂਟਰੀ ਕੀਤੀ ਹੋਈ ਆ ਤੇ ਉਹਦੇ ਵਚਨਾਂ ਤੇ ਚੱਲ ਕੇ ਬਹੁਤਿਆਂ ਨੂੰ ਉਜਿਆਲਾ ਦੇ ਰਹੇ ਆ। ਅਸੀਂ ਬਹੁਤਿਆਂ ਲਈ ਉਜਿਆਲੇ ਦਾ ਕਾਰਨ ਬਣਨਾ, ਫਿਰ ਅਸੀਂ ਜੋਤੀ ਆ। ਜਿਹੜੇ ਭਟਕਦੇ ਹੋਏ ਲੋਕ ਆ, ਜੋ ਭਟਕ ਰਹੇ ਆ, ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਅਸੀਂ ਪ੍ਰਾਰਥਨਾ ਕਿੱਦਾਂ ਕਰਨੀ ਆ, ਅਸੀਂ ਬਾਈਬਲ ਕਿੱਦਾਂ ਪੜ੍ਹਨੀ ਆ, ਅਸੀਂ ਪਰਮੇਸ਼ਵਰ ਦੇ ਵਿੱਚ ਚੱਲਣਾ ਕਿੱਦਾਂ ਆ। ਜੇ ਤੁਸੀਂ ਜੋਤੀ ਪਾਏ ਹੋਏ ਆ ਤੇ ਜਦੋਂ ਤੁਸੀਂ ਉਸ ਸਭ ਸਮਾਚਾਰ ਦਾ ਪ੍ਰਚਾਰ ਕਰੋਗੇ, ਉਸ ਦੇ ਘਰ ਦੇ ਵਿੱਚ ਬੈਠ ਕੇ ਉਸ ਨੂੰ ਦੱਸੋਗੇ, ਜਦੋਂ ਤੁਸੀਂ ਜੋਤੀਮਈ ਹੋਵੋਗੇ ਤੇ ਉਹ ਵੀ ਜੋਤੀਮਈ ਹੋ ਜਾਏਗਾ। ਜੇ ਤੁਹਾਡੇ ਵਿੱਚ ਲਾਈਟ ਆ ਤੇ ਤੁਸੀਂ ਪ੍ਰਕਾਸ਼ ਦੇਵੋਗੇ, ਤੁਹਾਡੇ ਭਲੇ ਕੰਮ ਫਿਰ ਮਨੁੱਸ਼ਾਂ ਤੇ ਪ੍ਰਗਟ ਹੋਣਗੇ। ਤੁਸੀਂ ਵੈਰ ਵਿਰੋਧ ਨਹੀਂ ਰੱਖੋਗੇ, ਤੁਸੀਂ ਆਪਣੇ ਸਤਾਉਣ ਵਾਲਿਆਂ ਲਈ ਅਣਸੁਣੀ ਨਹੀਂ ਕਰੋਗੇ ਕਿ ਇਹਦੇ ਲਈ ਮੈਂ ਨਹੀਂ ਦੁਆ ਕਰਨੀ ਹੈ ਤਾਂ ਮੈਨੂੰ ਸਤਾਉਂਦਾ ਹੈ। ਪਰ ਪਰਮੇਸ਼ਰ ਕਹਿੰਦਾ ਆਪਣੇ ਸਤਾਉਣ ਵਾਲੇ ਪ੍ਰਾਰਥਨਾ ਕਰੋ। ਜੇ ਤੁਸੀਂ ਜੋਤੀ ਵਿੱਚ ਆ, ਤੁਸੀਂ ਪ੍ਰਾਰਥਨਾ ਕਰੋਗੇ, ਕਿਉਂਕਿ ਤੁਸੀਂ ਲਾਈਟ ਵਿੱਚ ਦੇਖ ਰਹੇ ਆ ਕਿ ਪਰਮੇਸ਼ਵਰ ਸਾਨੂੰ ਕੀ ਦਿਖਾ ਰਿਹਾ, ਕਿ ਜੇ ਤੁਸੀਂ ਸਤਾਉਣ ਵਾਲੇ ਲਈ ਪ੍ਰਾਰਥਨਾ ਕਰੋਗੇ ਤੁਸੀਂ ਵੀ ਉਹਦਾ ਵੀ ਪ੍ਰਤੀਫਲ ਪਾ ਲਓਗੇ। ਅਸੀਂ ਲਾਈਟ ਵਿੱਚ ਆ, ਸਾਨੂੰ ਕਲੀਅਰ ਦਿਸੇਗੀ ਹਰ ਚੀਜ਼ ਕਿ ਅਗਰ ਮੈਂ ਆਹ ਕੰਮ ਕਰੂੰਗਾ ਤੇ ਮੇਰੇ ਲਈ ਆਹ ਬੈਨੀਫਿਟ ਹੈ, ਅਗਰ ਮੈਂ ਇਹ ਨਹੀਂ ਕਰੂੰਗਾ ਆਹ ਮੇਰੇ ਲਈ ਬੈਨੀਫਿਟ ਨਹੀਂ ਹੋ। ਕਿਉਂਕਿ ਤੁਸੀਂ ਲਾਈਟ ਵਿੱਚ ਸਭ ਕੁਝ ਦੇਖ ਸਕਦੇ ਆ, ਅੰਧੇਰੇ 'ਚ ਆਪਾਂ ਕੁਝ ਨਹੀਂ ਦੇਖ ਸਕਦੇ, ਸਿਰਫ ਟੱਕਰਾਂ ਮਾਰ ਸਕਦੇ ਆ। ਤੇ ਜੇ ਅਸੀਂ ਲਾਈਟ ਵਿੱਚ ਆ, ਅਸੀਂ ਪਰਮੇਸ਼ਵਰ ਦੀ ਜੋਤੀ ਵਿੱਚ ਆ ਤੇ ਅਸੀਂ ਆਪਣੇ ਪੂਰੇ ਪਰਿਵਾਰ ਨੂੰ ਉਹ ਉਜਿਆਲਾ ਦੇਵਾਂਗੇ ਜੋ ਪਰਮੇਸ਼ਵਰ ਵੱਲੋਂ ਆ। ਕਿਉਂਕਿ ਪਰਮੇਸ਼ਵਰ ਕਹਿੰਦਾ ਤੂੰ ਬਚ, ਤੇਰਾ ਘਰਾਣਾ ਬਚਾਇਆ ਜਾਵੇਗਾ। ਹਰ ਇੱਕ ਬਚਨ ਦੇ ਵਿੱਚ ਪਰਮੇਸ਼ਵਰ ਦੀ ਗੁਪਤ ਭੇਦ ਛੁਪੇ ਹੋਏ ਆ, ਗੁਪਤ। ਮੈਂ ਜਦ ਵੀ ਪਰਮੇਸ਼ਵਰ ਦੇ ਕਲਾਮ ਨੂੰ ਪੜ੍ਹਦੀ ਆ, ਸੋ ਪਰਮੇਸ਼ਵਰ ਮੈਨੂੰ ਆਪਣੇ ਗੁੱਝੇ ਗਹਿਰੇ ਤੇ ਗੁਪਤ ਭੇਦ ਪ੍ਰਗਟ ਕਰਦਾ। ਹਰ ਵਚਨ ਜਦੋਂ ਮੈਂ ਉਹਦਾ ਇੱਕ ਲੈਂਦੀ ਆ, ਜਿਸ ਤਰ੍ਹਾਂ ਇਹ ਵਚਨ ਜੋ ਸਵਰਗ ਤੋਂ ਮੇਰੇ ਲਈ ਉਤਰਿਆ, ਔਰ 1 ਸਾਲ ਤੁਸੀਂ ਬਿਲੀਵ ਕਰਿਓ, ਪਰਮੇਸ਼ਵਰ ਦਾ ਦੂਤ ਜਿਬਰਾਇਲ ਫਰਿਸ਼ਤਾ ਜੋ ਇਹ ਮੈਸੇਜ ਮੈਨੂੰ ਦਿੰਦਾ ਰਿਹਾ ਔਰ ਬੋਲ ਮੇਰੇ ਪਿੱਛੇ ਕਿ ਤੂੰ ਜਗਤ ਦਾ ਨਮਕ ਹੈ, ਤੂੰ ਪ੍ਰਿਥਵੀ ਦਾ ਨਮਕ ਹੈ, ਤੂੰ ਪ੍ਰਿਥਵੀ ਦਾ ਨਮਕ ਹੈ। ਇਹ ਨਮਕ ਬੇਸਵਾਦ ਨਹੀਂ ਹੋਣਾ ਚਾਹੀਦਾ। ਉਹਦੇ ਕਹਿਣ ਦਾ, ਉਹਦੇ ਮੈਸੇਜ ਦੇਣ ਦਾ ਮੈਨੂੰ ਇਹ ਮਕਸਦ ਸੀ ਕਿ ਜੋ ਖੁਦਾ ਨੇ ਮੇਰੇ ਅੰਦਰ ਇਹ ਟੇਸਟ ਭਰਿਆ, ਮੇਰੇ ਜ਼ੁਬਾਨ ਨੂੰ ਬਲੈਸ ਕੀਤਾ, ਮੈਨੂੰ ਪਰਮੇਸ਼ਵਰ ਨੇ ਆਪਣੇ ਕੰਮਾਂ ਦੇ ਵਿੱਚ ਲਗਾਇਆ ਔਰ ਮੈਂ ਪਰਮੇਸ਼ਵਰ ਦੇ ਭਲੇ ਕੰਮਾਂ ਦੀ ਖੋਜ ਦੇ ਵਿੱਚ ਲੱਗੀ ਆ। ਉਹ ਪਰਮੇਸ਼ਵਰ ਦਾ ਐਂਜਲਸ ਕਹਿੰਦਾ ਇਹ ਟੇਸਟ ਨੂੰ ਖਰਾਬ ਨਾ ਹੋਣ ਦੇ, ਨਿਰੰਤਰ ਇਹਦੇ ਵਿੱਚ ਲੱਗੀ ਰਹੀ। ਤੇ ਜਦੋਂ ਤੂੰ ਇਸ ਟੇਸਟ ਦੇ ਵਿੱਚ ਹੋਊਗੀ ਤਾਂ ਹੀ ਦੂਜੇ ਨੂੰ ਉਹ ਟੇਸਟ ਦੇ ਸਕਦੀ। ਜੇ ਸਾਡੀ ਜ਼ਿੰਦਗੀ ਮੁਰਝਾਈ ਹੋਈ ਆ, ਦਬੀ ਹੋਈ ਆ, ਤੇ ਕੀ ਦੂਜੇ ਦੇ ਜ਼ਿੰਦਗੀ 'ਚ ਆਪਾਂ ਰੰਗ ਭਰ ਸਕਦੇ ਆ? ਕਦੀ ਵੀ ਨਹੀਂ। ਜੇ ਸਾਡੀ ਜ਼ਿੰਦਗੀ ਰੰਗ ਬਿਰੰਗੀ ਆ ਤੇ ਅਸੀਂ ਦੂਜਿਆਂ ਨੂੰ ਵੀ ਬੇਰੰਗ ਨਹੀਂ, ਰੰਗ ਬਿਰੰਗੇ ਬਣਾ ਦੇਵਾਂਗੇ। ਜੇ ਸਾਡੇ ਜੀਵਨ 'ਚ ਨਿਰਾਸ਼ਾ ਆ ਤੇ ਅਸੀਂ ਦੂਜਿਆਂ ਦੀ ਜੀਵਨ 'ਚ ਕੀ ਆਸ ਜਗਾਵਾਂਗੇ, ਕੀ ਉਹਨੂੰ ਜੋਤੀ ਦੇਵਾਂਗੇ? ਜੇ ਸਾਡੇ ਦੀਵੇ ਬੁਝੇ ਹੋਏ ਆ ਤਾਂ ਦੀਵੇ ਜਗਦੇ ਕਿੱਦਾਂ ਆ, ਜੋਤੀ 'ਚ ਜਾਂਦੇ ਕਿੱਦਾਂ ਸੀ? ਪ੍ਰਾਰਥਨਾ। ਔਰ ਪ੍ਰਾਰਥਨਾ ਕਿਹੜੀ ਆ? ਕਿ ਸਾਡਾ ਵੀਜ਼ਾ ਲੱਗ ਜਾਵੇ ਜਾਂ ਸਾਡੇ ਆਹ ਕੰਮ ਹੋ ਜਾਵੇ। ਪ੍ਰਾਰਥਨਾ ਇਹ ਹੋਣੀ ਚਾਹੀਦੀ, ਪਰਮੇਸ਼ਵਰ ਦੱਸ ਅੱਜ ਉਹ ਕਿਹੜੀ ਰੂਹ ਆ ਜਿਹਦੇ ਕੋਲ ਮੈਂ ਤੇਰਾ ਸ਼ੁਭ ਸਮਾਚਾਰ ਲੈ ਕੇ ਜਾਵਾਂ। ਜੋ ਤੂੰ ਮੈਨੂੰ ਇਹ ਪਵਿੱਤਰ ਪੁਸਤਕ ਗਿਆਨ ਨਾਲ ਭਰੀ ਹੋਈ, ਜਿਹਨਾਂ ਤੂੰ ਮੇਰੇ ਨਾਲ ਡਾਇਰੈਕਟ ਗੱਲਬਾਤ ਕਰਦਾ ਖੁਦਾ, ਅੱਜ ਉਹ ਕਿਹੜਾ ਇਨਸਾਨ ਆ ਜੋ ਮੇਰੇ ਤਰ੍ਹਾਂ ਬੋਝ ਦੇ ਥੱਲੇ ਦੱਬਿਆ ਹੋਇਆ, ਮੈਂ ਉਸ ਨੂੰ ਤੈਨੂੰ ਇਹ ਵਚਨ ਦੇ ਕੇ ਖੁਦਾਵੰਦ ਖੁਦਾ ਮੈਂ ਆਵਾਂ, ਮੈਨੂੰ ਦੱਸ, ਤਾਂ ਕਿ ਉਹ ਵੀ ਹਨੇਰੇ 'ਚੋਂ ਨਿਕਲ ਕੇ ਚਾਨਣ ਦੇ ਵਿੱਚ ਆ ਜਾਵੇ। ਇਹ ਪ੍ਰਾਰਥਨਾ ਹੋਣੀ ਚਾਹੀਦੀ। ਤੇ ਤੁਹਾਡੀਆਂ ਪ੍ਰਾਰਥਨਾਵਾਂ, ਤੁਹਾਡੇ ਕੰਮ, ਤੁਹਾਡਾ ਪਰਮੇਸ਼ਰ ਦੇ ਵਿੱਚ ਚੱਲਣਾ ਦੱਸਦਾ ਹੈ ਕਿ ਤੁਸੀਂ ਜੋਤੀਮਈ ਹੋ ਜਾਂ ਨਹੀਂ। ਤੁਸੀਂ ਈਰਖਾ ਰੱਖਦੇ ਆ, ਦੂਜਿਆਂ ਤੇ ਦੋਸ਼ ਲਗਾਉਂਦੇ ਆ ਤੇ ਤੁਸੀਂ ਅੰਧੇਰੇ 'ਚ ਹੀ ਆ, ਕਿਉਂਕਿ ਇਹ ਸਾਰੇ ਕੰਮ ਕਿਹਦੇ ਆ? ਡੈਵਲ ਦੇ। ਡਾਰਕਨੈਸ ਉਹਦੀ ਆ ਔਰ ਉਜਿਆਲਾ ਪਰਮੇਸ਼ਵਰ ਦਾ ਆ। ਤੇ ਤੁਸੀਂ ਜਾਂਚੋ ਕਿ ਤੁਸੀਂ ਉਜਿਆਲੇ 'ਚ ਆ ਜਾਂ ਡਾਰਕਨੈਸ ਦੇ ਵਿੱਚ ਆ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਟੈਸਟਮਨੀ ਦਿੰਦੀ। ਜਦੋਂ ਕੋਵਿਡ ਦਾ ਸਮਾਂ ਸੀਗਾ, ਬਹੁਤ ਜ਼ਿਆਦਾ ਉਸ ਸਮੇਂ ਕੋਵਿਡ ਸੀਗਾ ਔਰ ਲੋਕ ਡਰੇ ਹੋਏ ਸੀ, ਦਹਿਕੇ ਹੋਏ ਸੀਗੇ। ਸੋ ਜਿਸ ਘਰ ਦੇ ਵਿੱਚ ਅਸੀਂ ਰਹਿ ਰਹੇ ਸੀ, ਸ਼ੇਅਰਿੰਗ 'ਤੇ ਅਸੀਂ ਰਹਿੰਦੇ ਸੀਗੇ ਉਸ ਸਮੇਂ, ਤੇ ਉਹ ਜਿਹੜੇ ਉਸ ਘਰ ਦੇ ਲੈਂਡਲੋਰਡ ਸੀਗੇ, ਉਹ ਸਿਸਟਰ ਨੂੰ ਇੱਦਾਂ ਦੇ ਚਿੰਨ੍ਹ ਆ ਗਏ ਕਿ ਉਹਨੂੰ ਕੋਵਿਡ ਆ। ਉਹਦੇ ਥੋਟ ਦੇ ਵਿੱਚ ਪ੍ਰੋਬਲਮ, ਬੋਲਣ 'ਚ ਪ੍ਰੋਬਲਮ, ਔਰ ਬਹੁਤ ਡਰ ਗਈ, ਘਬਰਾ ਗਈ। ਔਰ ਮੈਂ ਉੱਪਰ ਆਪਣੇ ਰੂਮ ਦੇ ਵਿੱਚ ਪ੍ਰੇਅਰ ਕਰ ਰਹੀ ਸੀ। ਸੋ ਮੈਨੂੰ ਪਰਮੇਸ਼ਰ ਨੇ ਕਿਹਾ ਕਿ ਜਾ ਥੱਲੇ ਜਾ, ਔਰ ਖੁਦਾ ਨੇ ਮੈਨੂੰ ਇਹ ਵੀ ਕਿਹਾ ਕਿ ਉਹ ਜੋ ਤੂੰ ਜਗਤ ਦੀ ਜੋਤੀ ਹੈ, ਜਾ। ਤੇ ਮੈਂ ਪਰਮੇਸ਼ਰ ਨੂੰ ਪੁੱਛਿਆ ਕਿ ਖੁਦਾ ਜਦੋਂ ਮੈਂ ਥੱਲੇ ਜਾਵਾਂ ਤੇ ਉਹਨੂੰ ਮੈਂ ਕੀ ਕਵਾਂ?
ਖੁਦਾ ਕਹਿੰਦਾ ਜੋ ਵਚਨ ਮੈਂ ਤੈਨੂੰ ਦੇਣ ਲੱਗਾ ਇਹ ਉਹ ਵਚਨ ਉਹਨੂੰ ਦੇ ਦੇ ਕਿ ਜਾਂ ਉਹਨੂੰ ਪੋਜ਼ਿਟਿਵਿਟੀ ਵਿੱਚ ਲੈ ਕੇ ਆ, ਜੋਤੀ ਵਿੱਚ ਲੈ ਆ। ਜਦੋਂ ਤੂੰ ਉਹਨੇ ਪੋਜ਼ਿਟਿਵਿਟੀ ਦੇ ਵਚਨ ਮੇਰੇ ਦਊਂਗੀ, ਇਹ ਵਚਨ ਉਹਨੂੰ ਸ਼ੇਅਰ ਕਰੂੰਗੀ, ਉਹਦੇ ਅੰਦਰੋਂ ਸਾਰਾ ਡਰ ਨਿਕਲ ਜਾਏਗਾ, ਅੰਧੇਰਾ ਨਿਕਲ ਕੇ ਚਾਨਣ ਆ ਜਾਏਗਾ ਔਰ ਉਹ ਠੀਕ ਹੋ ਜਾਏਗੀ। ਪਰਮੇਸ਼ਵਰ ਨੇ, ਮੈਂ ਜਿੱਦਾਂ ਹੀ ਪ੍ਰੇਅਰ ਕਰਕੇ ਹਟੀ, ਮੈਂ ਥੱਲੇ ਗਈ, ਮੈਂ ਉਸ ਸਿਸਟਰ ਨੂੰ ਕਿਹਾ ਕਿ ਸਿਸਟਰ ਤੁਹਾਨੂੰ ਪਤਾ ਮੈਂ ਦੁਆ ਕਰਦੀ ਕਿਉਂਕਿ ਮੈਂ ਤੁਹਾਡੇ ਘਰ 'ਚ ਰਹਿੰਦੀ ਹਾਂ ਔਰ ਤੁਸੀਂ ਮੈਨੂੰ ਕਹਿੰਦੇ ਵੀ, ਉਹ ਮੈਨੂੰ ਕਹਿੰਦੇ ਵੀ ਰਹਿੰਦੇ ਸੀਗੇ ਕਿ ਸਾਡੇ ਲਈ ਵੀ ਦੁਆ ਕਰਿਆ ਕਰੋ, ਸਿੱਖ ਪਰਿਵਾਰ ਦੇ ਵਿੱਚੋਂ ਆ। ਸੋ ਮੈਂ ਕਿਹਾ ਮੈਂ ਤੁਹਾਡੀ ਕੰਡੀਸ਼ਨ ਨੂੰ ਦੇਖ ਕੇ ਅੱਜ ਖੁਦਾ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਕਿ ਜਾ ਉਸ ਨੂੰ ਦੱਸ ਕਿ ਤੈਨੂੰ ਕੋਵਿਡ ਨਹੀਂ ਹੈਗਾ। ਉਸਨੇ ਐਂਬੂਲੈਂਸ ਨੂੰ ਵੀ ਫੋਨ ਕੀਤਾ ਹੋਇਆ ਸੀਗਾ ਕਿਉਂਕਿ ਉਹਦਾ ਸਾਹ ਰੁਕਿਆ ਹੋਇਆ ਸੀਗਾ, ਮਤਲਬ ਉਹਦੇ ਕੋਲ ਬੋਲਣ 'ਚ ਡਰ ਦੇ ਨਾਲ ਉਹਨੂੰ ਇੰਨਾ ਜ਼ਿਆਦਾ ਹੋ ਗਿਆ ਸੀਗਾ ਕਿ ਮੈਂ ਹੁਣ ਬਚਣਾ ਨਹੀਂ। ਸੋ ਮੈਂ ਕਿਹਾ ਮੈਂ ਸੱਚੇ ਖੁਦਾ ਦਾ ਕਲਾਮ ਤੇਰੇ ਕੋਲ ਲੈ ਕੇ ਆਈ ਹਾਂ ਜੋ ਸਾਨੂੰ ਕਹਿੰਦਾ ਕਿ ਕੋਈ ਬਪਿੱਤੀ ਤੇਰੇ ਡੇਰੇ ਦੇ ਨਿਕਟ ਨਹੀਂ ਆਏਗੀ, ਕੋਈ ਬਵਾ ਤੇਰੇ ਡੇਰੇ ਦੇ ਨਿਕਟ ਨਹੀਂ ਆਏਗੀ। ਮੈਂ ਕਿਹਾ ਪਰਮੇਸ਼ਵਰ ਸਾਨੂੰ ਸਿਖਾਉਂਦੇ ਆ, ਤੇ ਜਿਸ ਘਰ ਦੇ ਵਿੱਚ ਪਰਮੇਸ਼ਵਰ ਦੀ ਪ੍ਰੇਅਰ ਹੁੰਦੀ ਆ ਉੱਥੇ ਸਵਰਗਦੂਤਾਂ ਦਾ ਵਾਸ ਹੁੰਦਾ। ਤੇ ਮੈਂ ਕਿਹਾ ਦੀਦੀ ਸਾਰੇ ਹੀ ਸੇਫ ਆ ਉਸ ਘਰ ਦੇ ਵਿੱਚ, ਇਕੱਲੇ ਅਸੀਂ ਨਹੀਂ ਕਿ ਜਿਹੜੇ ਪ੍ਰੇਅਰ ਕਰ ਰਹੇ ਆ, ਤੁਸੀਂ ਵੀ ਸੇਫ ਆ। ਤੇ ਮੈਂ ਕਿਹਾ ਮੈਨੂੰ ਖੁਦਾ ਨੇ ਮੈਨੂੰ ਕਿਹਾ ਕਿ ਇਹਨੂੰ ਆਹ ਚੀਜ਼ ਕਹਿ ਦੇ ਤੇ ਉਸੇ ਵਕਤ ਉਛਲਣ ਲੱਗ ਜਾਏਗੀ। ਮੈਂ ਕਿਹਾ ਮੇਰੇ ਯੀਸੂ ਨੇ ਕਿਹਾ ਅੱਜ ਤੁਹਾਨੂੰ ਇੱਕ ਮੈਸੇਜ ਦਿੱਤਾ ਕਿ ਤੁਹਾਨੂੰ ਕੋਵਿਡ ਨਹੀਂ ਹੋ। ਜਿਹੜੀ ਉਹਦੀ ਆਵਾਜ਼ ਬੰਦ ਹੋਈ ਸੀ ਉਸੇ ਸਮੇਂ ਚੱਲਣ ਲੱਗ ਪਈ ਔਰ ਉਹ ਸ਼ੌਕਡ ਹੋ ਗਈ, ਕਹਿੰਦੀ ਕੀ? ਔਰ ਤੁਸੀਂ ਬਲੀਵ ਕਰਿਓ ਅੱਧੇ ਘੰਟੇ ਤੱਕ ਜਿਹੜੀ 3 ਦਿਨ ਤੋਂ ਆਪਣੇ ਅੰਦਰ ਪਈ ਸੀਗੀ ਔਰ ਇਸ ਡਰ ਦੇ ਵਿੱਚ ਸੀ, ਕੁਛ ਨਾ ਕੁਛ ਖਾਈ ਜਾਂਦੀ ਸੀ, ਐਂਡ ਤੇ ਐਂਬੂਲੈਂਸ ਨੂੰ ਫੋਨ ਕਰਨਾ ਪਿਆ ਕਿਉਂਕਿ ਉਹਦੇ ਜੋ ਪ੍ਰੋਬਲਮ ਜ਼ਿਆਦਾ ਵਧਣ ਲੱਗ ਪਈ ਸੀ। ਅੱਧੇ ਘੰਟੇ ਦੇ ਵਿੱਚ ਉਹ ਬਿਲਕੁਲ ਨਾਰਮਲ ਹੋ ਗਈ। ਖੁਦ ਜਾ ਕੇ ਚਾਹ ਬਣਾਈ, ਉਸ ਦਿਨ ਉਹਨੇ ਖੁਦ ਖਾਣਾ ਬਣਾਇਆ, ਖਾਧਾ ਔਰ ਉਸਨੇ ਆਪਣੀ ਇਹ ਗਵਾਹੀ ਦਿੱਤੀ ਕਿ ਜੇ ਤੁਸੀਂ ਨਾ ਹੁੰਦੇ ਤੇ ਸ਼ਾਇਦ ਮੈਂ ਅੱਜ ਨਾ ਹੁੰਦੀ। ਕਿਉਂਕਿ ਡਰ ਸ਼ੈਤਾਨ ਦਿੰਦਾ, ਅੰਧੇਰੇ 'ਚ ਲੈ ਕੇ ਆਉਂਦਾ ਸਾਨੂੰ। ਜਦੋਂ ਉਹਦੇ ਤੇ ਜੋਤੀ ਚਮਕ ਗਈ, ਉਹ ਵਚਨ ਪਰਮੇਸ਼ਰ ਦਾ ਪ੍ਰਕਾਸ਼ ਉਹਦੇ ਤੇ ਹੋ ਗਿਆ, ਉਹਨੇ ਉਜਿਆਲੇ ਵਿੱਚ ਜਦੋਂ ਆਈ ਅੰਧੇਰਾ ਉਹਨੂੰ ਛੱਡ ਕੇ ਚਲਾ ਗਿਆ ਕਿਉਂਕਿ ਜਾਣਾ ਪੈਂਦਾ ਅੰਧੇਰੇ ਨੂੰ ਛੱਡ ਕੇ। ਇਹ ਵਚਨ ਇਦਾਂ ਦਾ ਹੈ ਖੁਦਾ ਦਾ ਤਾਇਆ ਹੋਇਆ, ਇਹ ਤਾਇਆ ਹੋਇਆ ਵਚਨ ਆ ਪਰਮੇਸ਼ਵਰ ਦਾ। ਤੇ ਜੇ ਤੁਸੀਂ ਜੋਤੀ ਆ ਪਰਮੇਸ਼ਵਰ ਦੀ ਤੇ ਵਾਕਿਆ ਹੀ ਤੁਹਾਡਾ ਅੰਧੇਰੇ 'ਚ ਕੰਮ ਨਹੀਂ ਹੋ। ਜੇ ਤੁਹਾਡਾ ਕੋਈ ਬੱਚਾ ਬਿਮਾਰ ਆ, ਤੁਸੀਂ ਜੋਤੀ ਵਿੱਚ ਆ ਤੇ ਤੁਸੀਂ ਇਸ ਵਚਨ ਦਾ ਅੰਗੀਕਾਰ ਕਰੋਗੇ ਕਿਉਂਕਿ ਤੁਸੀਂ ਦੇਖ ਸਕਦੇ ਆ ਕਿ ਸਾਡੇ ਲਈ ਪਰਮੇਸ਼ਵਰ ਨੇ ਕੀ ਰੱਖਿਆ। ਤੁਹਾਨੂੰ ਸ਼ੈਤਾਨ ਦਿਖਾ ਰਿਹਾ ਦੇਖ ਇਹ ਬਿਮਾਰ ਆ, ਹੁਣ ਇਹਦੇ ਨਾਲ ਇਦਾਂ ਹੋਣਾ ਉਦਾਂ ਹੋਣਾ। ਤੇ ਜੇ ਤੁਸੀਂ ਪਰਮੇਸ਼ਵਰ ਦੀ ਜੋਤੀ ਵਿੱਚ ਆ ਤੁਸੀਂ ਅੰਗੀਕਾਰ ਕਰੋਗੇ ਇਹਨਾਂ ਵਚਨਾਂ ਦਾ। ਔਰ ਤੁਹਾਨੂੰ ਪਤਾ ਹੈ ਸਾਹਮਣੇ ਕਿ ਸ਼ੈਤਾਨ ਜੋ ਤੂੰ ਬੋਲਦਾ ਉਹ ਗਲਤ ਆ, ਝੂਠਾ ਹੈ ਤੂੰ, ਕਿਉਂਕਿ ਤੂੰ ਹਮੇਸ਼ਾ ਤੋਂ ਝੂਠਾ, ਤੂੰ ਸਾਡੇ ਪੈਰਾਂ ਦੇ ਥੱਲੇ ਆ ਕਿਉਂਕਿ ਪਰਮੇਸ਼ਵਰ ਨੇ ਸਾਨੂੰ ਤੇਰੀ ਸਾਰੀ ਸ਼ਕਤੀ ਦਾ ਅਧਿਕਾਰ ਦਿੱਤਾ ਆ। ਤੇ ਇਸ ਜੋ ਵਚਨ ਦੇ ਵਿੱਚ ਲਿਖਿਆ ਸਾਡੇ ਜੀਵਨਾਂ 'ਚ, ਸਾਡੇ ਬੱਚਿਆਂ ਦੇ ਜੀਵਨਾਂ 'ਚ ਉਹੀ ਪੂਰਾ ਹੋਵੇਗਾ। ਜੇ ਤੁਸੀਂ ਜੋਤੀ 'ਚ ਹੋਣ ਦੇ ਬਹੁਤ ਫਾਇਦੇ ਆ, ਸਾਰੀ ਜ਼ਿੰਦਗੀ ਸਵਰ ਜਾਂਦੀ ਜੇ ਤੁਸੀਂ ਜੋਤੀ ਦੇ ਵਿੱਚ ਆ ਗਏ। ਜੇ ਤੁਸੀਂ ਨਮਕ ਲੈ ਲਿਆ ਆਪਣੇ ਜੀਵਨ ਦੇ ਵਿੱਚ ਤੇ ਤੁਹਾਡੀ ਜੀਵਨ ਸੇਮ ਨਹੀਂ ਰਹਿੰਦਾ। ਇਦਾਂ ਦੀਆਂ ਬਹੁਤ ਸਾਰੀਆਂ ਮੇਰੇ ਕੋਲ ਗਵਾਹੀਆਂ ਆ, ਮੈਂ ਕਦੀ ਇਦਾਂ ਨੈਟ ਤੇ ਨਹੀਂ ਪਾਈਆਂ, ਲੇਕਿਨ ਬਹੁਤ ਸਾਰੀਆਂ ਗਵਾਹੀਆਂ। ਜਦ ਮੈਨੂੰ ਖੁਦਾ ਨੇ ਕਿਸੇ ਦੇ ਘਰ ਭੇਜਿਆ, ਉਹ ਬੰਦਾ ਹਨੇਰੇ ਡਾਰਕਨੈਸ ਦੇ ਵਿੱਚ ਬੈਠਾ ਹੁੰਦਾ ਸੀ ਤੇ ਉਜਿਆਲੇ 'ਚ ਆ ਜਾਂਦਾ ਕਿ ਜਦੋਂ ਤੁਸੀਂ ਦੀਦੀ ਇਹ ਚੀਜ਼ ਨੂੰ ਸਾਨੂੰ ਦੱਸਦੇ ਹੋ ਤੇ ਸਾਨੂੰ ਇਹਦੇ ਨਾਲ ਇੰਨਾ ਹੌਸਲਾ ਮਿਲਦਾ ਕਿ ਨਹੀਂ ਸਾਡੇ ਜੀਵਨ 'ਚ ਰਹਿ ਨਹੀਂ ਸਕਦੇ। ਜਿਹੜੇ ਅਨਬਲੀਵਰ ਲੋਕ ਆ ਉਹ ਬਲੀਵ ਦੇ ਵਿੱਚ ਆ ਗਏ। ਅਨਬਲੀਵਰ ਲੋਕਾਂ ਦੀ ਮੈਂ ਗੱਲ ਕਰ ਰਹੀ ਹਾਂ, ਔਰ ਜਿਹੜੀ ਸਿਸਟਰ ਦੀ ਮੈਂ ਤੁਹਾਨੂੰ ਗੱਲ ਕਰਕੇ ਦੱਸੀ ਅਨਬਲੀਵਰ ਆ। ਸੋ ਜਿਸ ਘਰ ਦੇ ਵਿੱਚ ਪਰਮੇਸ਼ਵਰ ਦੀ ਪ੍ਰਾਰਥਨਾ ਹੁੰਦੀ ਉਹ ਜੋਤੀਮਈ ਘਰ ਹੁੰਦਾ ਆ। ਜਿੱਥੇ ਜੋਤੀ ਅੰਧੇਰੇ ਦਾ ਉੱਥੇ ਕੰਮ ਨਹੀਂ, ਕਿਉਂਕਿ ਟੇਸਟ ਤੁਹਾਡੇ 'ਚ ਬਣਿਆ ਹੋਇਆ, ਤੁਹਾਡੇ 'ਚ ਟੇਸਟ ਆ। ਜੇ ਤੁਹਾਡੇ ਵਿੱਚ ਟੇਸਟ ਹੋਊਗਾ ਫਿਰ ਹੀ ਤੁਸੀਂ ਕਿਸੇ ਕੰਮ ਨੂੰ ਕਰ ਪਾਓਗੇ। ਸੋ ਪਰਮੇਸ਼ਵਰ ਦਾ ਅੱਜ ਦਾ ਜਿਹੜਾ ਇਹ ਵਚਨ ਮੈਂ ਇਸ ਲਈ ਤੁਹਾਨੂੰ ਦਿੱਤਾ ਕਿਉਂਕਿ ਇਹ ਮੈਂ ਉਹੀ ਵਚਨ ਲੈ ਕੇ ਤੁਹਾਡੇ ਕੋਲ ਆ ਰਹੀ ਹਾਂ ਜੋ ਮੈਂ ਕਰਦੀ ਹਾਂ ਔਰ ਜੋ ਖੁਦਾ ਨੇ ਮੈਨੂੰ ਦਿੱਤੇ ਹੋਏ ਆ। ਇਹ ਮੇਰੇ ਯਹੋਵਾ, ਮੇਰੇ ਪਿਤਾ ਨੇ, ਮੇਰੇ ਅੱਬਾ, ਮੇਰੇ ਬਾਪ ਨੇ, ਜੋ ਤੁਹਾਡਾ ਵੀ ਪਿਤਾ ਹੈ, ਮਹਿਮਾਮਈ ਪਰਮੇਸ਼ਵਰ ਹੈ। ਤੇ ਸਾਡੇ ਜੀਵਨਾਂ ਦੇ ਵਿੱਚ ਉਹਦੀ ਮਹਿਮਾ ਇਦਾਂ ਹੀ ਹੁੰਦੀ ਰਹੇਗੀ ਕਿਉਂਕਿ ਪਰਮੇਸ਼ਵਰ ਸਭ ਨੂੰ ਬਹੁਤ ਪਿਆਰ ਕਰਦੇ ਆ। ਉਹ ਇਕੱਲੇ ਮੈਨੂੰ ਜਾਂ ਹੋਰ ਕਿਸੇ ਨੂੰ ਨਹੀਂ ਪਿਆਰ ਕਰਦੇ, ਉਹ ਸਾਰਿਆਂ ਨੂੰ ਪਿਆਰ ਕਰਦੇ। ਉਹ ਪਰਮੇਸ਼ਵਰ ਚਾਹੁੰਦਾ ਆ ਕਿ ਤੁਸੀਂ ਪ੍ਰਿਥਵੀ ਦੇ ਨਮਕ ਆ ਤਾਂ ਨਮਕ ਤੁਹਾਡੇ 'ਚ ਬਣਿਆ ਰਹੇ। ਤੁਸੀਂ ਜਗਤ ਦੀ ਜੋਤੀਆਂ ਤੇ ਜੋਤੀ ਤੁਹਾਡੇ 'ਚ ਚਮਕੇ, ਤੁਹਾਡੇ ਭਲੇ ਕੰਮ ਦੇਖ ਕੇ ਲੋਕੀ ਖਿੱਚੇ ਜਾਣ ਤੁਹਾਡੇ ਵੱਲ।
ਫਿਰ ਤੁਸੀਂ ਲਾਈਟ ਵਿੱਚ ਆ। ਅਗਰ ਤੁਸੀਂ ਲਾਈਟ ਵਿੱਚ ਆ ਤੇ ਅੰਧੇਰੇ ਦਾ ਤੁਹਾਡੇ ਜੀਵਨ 'ਚ ਕੋਈ ਕੰਮ ਨਹੀਂ, ਸ਼ੈਤਾਨ ਤੁਹਾਨੂੰ ਭਰਮਾ ਨਹੀਂ ਪਾਊਗਾ, ਨੈਗੇਟਿਵਿਟੀ ਤੁਹਾਡੇ ਜੀਵਨ 'ਚ ਨਹੀਂ ਆਊਗੀ। ਤੁਸੀਂ ਦੋਸ਼ ਲਾਉਣ ਵਾਲੇ ਨਹੀਂ ਹੋਵੋਗੇ। ਜੇ ਤੁਸੀਂ ਦੋਸ਼ ਲਾਉਣ ਵਾਲੇ ਆ ਤੇ ਤੁਸੀਂ ਮੱਤ ਭੁਲੇਖੇ 'ਚ ਰਹੋ ਕਿ ਤੁਸੀਂ ਜੋਤੀ 'ਚ ਆ। ਜੇ ਤੁਸੀਂ ਚੋਰੀ ਕਰਨ ਵਾਲੇ ਆ ਤੇ ਤੁਸੀਂ ਮੱਤ ਭੁਲੇਖੇ 'ਚ ਰਹੋ ਤੁਸੀਂ ਜੋਤੀ 'ਚ ਆ। ਜੇ ਤੁਸੀਂ ਦੂਜਿਆਂ ਨੂੰ ਦੁਖੀ ਕਰਨ ਵਾਲੇ ਆ ਤੇ ਮੱਤ ਭੁਲੇਖੇ 'ਚ ਰਹੋ ਤੁਸੀਂ ਜੋਤੀ ਦੇ ਵਿੱਚ ਆ। ਪ੍ਰਭੂ ਯੀਸ਼ੂ ਮਸੀਹ ਦਾ ਜੀਵਨ ਅਪਣਾ ਲਓ, ਉਹਦੇ ਸੁਭਾਅ ਨੂੰ ਆਪਣੇ ਅੰਦਰ ਲੈ ਲਓ, ਕਿਉਂਕਿ ਉਹ ਪਿਆਰਾ ਖੁਦਾ ਹੈ। ਉਹ ਗਲੋਰੀ ਟੂ ਗਲੋਰੀ ਤੁਹਾਡੇ ਜੀਵਨ ਦੇ ਵਿੱਚ ਮਹਿਮਾਮਈ ਪਰਮੇਸ਼ਵਰ ਤੁਹਾਡੇ ਜੀਵਨ 'ਚ ਮਹਿਮਾ ਲੈਣਾ ਚਾਹੁੰਦਾ ਹੈ। ਉਹਦਾ ਆਤਮਾ ਜਿਹੜਾ ਕਿਨਾਂ ਲੋਕਾਂ ਤੋਂ ਪ੍ਰਸੰਨ ਹੁੰਦਾ, ਜਿਹੜੇ ਪਰਮੇਸ਼ਵਰ ਦੇ ਨਾਲ ਵਫਾਦਾਰ ਆ, ਜਿਹੜੇ ਪਰਮੇਸ਼ਵਰ ਦੇ ਲਾਈਟ ਵਿੱਚ ਆ ਚੁੱਕੇ ਆ, ਕਿਉਂਕਿ ਉਹ ਉਸ ਵਚਨ ਨੂੰ ਪੜ੍ਹਦੇ ਆ ਔਰ ਇਹ ਵਚਨ ਹੀ ਉਹਨਾਂ ਨੂੰ ਪ੍ਰਕਾਸ਼ ਦਿੰਦਾ। ਕਿਉਂਕਿ ਸਭ ਤੋਂ ਵੱਡੀ ਪ੍ਰੋਫੈਸੀ ਤੁਹਾਡੇ ਖੁਦ ਦੇ ਘਰ ਦੇ ਵਿੱਚ, ਤੁਹਾਡੇ ਹੱਥ ਦੇ ਵਿੱਚ ਹੈ, ਜੋ ਇਸ ਬਾਈਬਲ ਦੇ ਵਿੱਚ ਆ ਕਿ ਦੇਖ ਮਤ ਡਰ ਮੈਂ ਤੇਰੇ ਨਾਲ ਆ। ਇਹ ਸਭ ਤੋਂ ਵੱਡੀ ਪ੍ਰੋਫੈਸੀ ਆ। ਇਸ ਤੋਂ ਵੱਡੀ ਪ੍ਰੋਫੈਸੀ ਮੈਨੂੰ ਨਹੀਂ ਲੱਗਦਾ ਤੁਹਾਨੂੰ ਆਪਣੇ ਜੀਵਨ 'ਚ ਕੋਈ ਲੈਣ ਦੀ ਜ਼ਰੂਰਤ ਆ। ਤੁਸੀਂ ਜਦੋਂ ਇਸ ਪ੍ਰੋਫੈਸੀ 'ਤੇ ਮਨਨ ਕਰੋਗੇ ਤੇ ਤੁਸੀਂ ਸੋਚੋ ਕਿ ਉਹ ਪਰਮੇਸ਼ਵਰ ਸਾਡੇ ਨਾਲ ਆ ਜਿਹਨੇ ਜ਼ਮੀਨ ਤੇ ਅਸਮਾਨ ਨੂੰ ਰਚ ਦਿੱਤਾ, ਤੇ ਸਾਨੂੰ ਕਿਸ ਵਸਤੂ ਦੀ ਜ਼ਰੂਰਤ ਹੈ। ਫਿਰ ਪਰਮੇਸ਼ਵਰ ਤੁਹਾਡੇ ਜੀਵਨਾਂ ਦੇ ਵਿੱਚ ਨਮਕ ਦਾ ਟੇਸਟ ਭਰ ਕੇ ਰੱਖੇ, ਮੇਰੀ ਇਹ ਦੁਆ ਆ। ਪਰਮੇਸ਼ਵਰ ਤੁਹਾਨੂੰ ਜੋਤੀ 'ਚ ਲੈ ਕੇ ਆਵੇ। ਖੁਦਾ ਕਿਹਨੂੰ ਕਰਕੇ ਰੱਖਦਾ, ਕਿਹਦੇ ਅੰਦਰ ਨਮਕ ਭਰਦਾ, ਕਿਹਨੂੰ ਜੋਤੀ 'ਚ ਲੈ ਕੇ ਆਉਂਦਾ? ਜਿਹੜਾ ਖੁਦ ਚਾਹੁੰਦਾ, ਕਿਉਂਕਿ ਸਾਡਾ ਪਰਮੇਸ਼ਵਰ ਪ੍ਰੈਸ਼ਰਾਈਜ਼ ਨਹੀਂ ਕਰਦਾ, ਧੱਕਾ ਨਹੀਂ ਕਰਦਾ। ਪਰਮੇਸ਼ਵਰ ਧੱਕਾ ਨਹੀਂ ਕਰਦੇ। ਜਿਹੜਾ ਚਾਹੁੰਦਾ, ਹਾਂ ਖੁਦਾ ਮੈਂ ਤੇਰੇ ਲਈ ਇਸਤੇਮਾਲ ਹੋਣਾ ਚਾਹੁੰਦਾ, ਜੋ ਤੂੰ ਮੇਰੇ ਅੰਦਰ ਇੱਕ ਤਲਬ ਲਾਈ ਹੋਈ ਆ, ਜੋ ਤੂੰ ਮੇਰੇ ਅੰਦਰ ਇਹ ਤਲਬ ਭਰੀ ਹੋਈ ਆ, ਇਹਨੂੰ ਹੋਰ ਨਿਖਾਰ ਕਿ ਮੈਂ ਦੇਵਾਂ। ਤੇ ਖੁਦਾ ਕਦੋਂ ਨਿਖਾਰਦਾ? ਖੁਦਾ ਕਹਿੰਦਾ ਜਿਹੜਾ ਦਿੱਤਾ ਪਹਿਲਾਂ ਉਹਨੂੰ ਵੰਡ। ਮੈਂ ਇਸ ਵਚਨ ਨੂੰ ਪੜ੍ਹ ਕੇ ਬਹੁਤ ਹੀ ਜ਼ਿਆਦਾ ਖੁਦਾ ਦੀ ਮਹਿਮਾ ਕਰਦੀ ਹਾਂ। ਮੈਂ ਹੌਲੀ ਸਪਿਰਿਟ ਦੀ ਪਾਵਰ ਦੇ ਨਾਲ ਭਰ ਗਈ, ਕਿਉਂਕਿ ਖੁਦਾ ਨੇ ਮੈਨੂੰ ਛੂਹ ਲਿਆ। ਕਿਉਂਕਿ ਇਹ ਵਚਨ ਪ੍ਰਕਾਸ਼ਮਈ ਹੈ। ਹੈਵਨ ਤੋਂ ਜੋ ਪਰਮੇਸ਼ਵਰ ਨੇ ਮੇਰੇ ਲਈ ਭੇਜਿਆ ਸੀ, ਇਹ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਵੀ ਉਸੇ ਤਰ੍ਹਾਂ ਕੰਮ ਕਰੇ ਜਿੱਦਾਂ ਮੇਰੇ ਜੀਵਨ ਦੇ ਵਿੱਚ ਕੰਮ ਕੀਤਾ। ਖੁਦਾ ਕਹਿੰਦਾ ਜਦ ਤੂੰ ਮੇਰੇ ਸਨਮੁਖ ਜਾਵੇਂ ਤਾਂ ਆਤਮਿਕ ਚੀਜ਼ਾਂ ਨੂੰ ਲੋਚਦੇ ਹੋਏ ਆਵੇਂ, ਤਾਂ ਕਿ ਮੈਂ ਤੇਰੇ ਪ੍ਰਾਰਥਨਾ ਨੂੰ ਸੁਣ ਕੇ ਤੈਨੂੰ ਉੱਤਰ ਦੇ ਸਕਾਂ। ਸਾਡੀਆਂ ਪ੍ਰਾਰਥਨਾਵਾਂ ਆਤਮਿਕ ਚੀਜ਼ਾਂ ਦੀਆਂ ਹੋਣੀਆਂ ਚਾਹੀਦੀਆਂ, ਤਾਂ ਕਿ ਖੁਦਾ ਸਾਡੇ ਜੀਵਨਾਂ 'ਚੋਂ ਮਹਿਮਾ ਲੈ ਕੇ ਸਾਨੂੰ ਜੋਤੀਮਈ ਕਰ ਦੇਵੇ, ਪ੍ਰਕਾਸ਼ਮਈ ਕਰ ਦੇਵੇ। ਖੁਦਾ ਦਾ ਧੰਨਵਾਦ ਕਰਦੀ ਹਾਂ। ਪਰਮੇਸ਼ਵਰ ਇਹਨਾਂ ਸਾਰੇ ਲੋਕਾਂ ਦੇ ਉੱਤੇ ਆਪਣਾ ਫਜ਼ਲ ਕਰ, ਆਪਣੀ ਆਤਮਾ ਦਾ ਪਹਿਰਾ ਬਿਠਾ ਦੇ ਖੁਦਾਵੰਦ ਖੁਦਾ, ਕਿ ਇਹ ਜਗਤ ਦੇ ਜੋਤੀ ਬਣ ਜਾਣ ਤੇ ਪ੍ਰਿਥਵੀ ਦੇ ਨਮਕ ਬਣ ਜਾਣ ਖੁਦਾ, ਤੇ ਬਹੁਤਿਆਂ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣ ਜਾਣ। ਖੁਦ ਹੀ ਉਲਝੇ ਨਾ ਰਹਿਣ ਖੁਦਾ। ਇਹਨਾਂ ਨੂੰ ਬੁੱਧੀ ਦੇ, ਗਿਆਨ ਦੇ ਖੁਦਾ, ਸਮਝ ਦੇ ਖੁਦਾਵੰਦ ਖੁਦਾ। ਇਹਨਾਂ ਦੇ ਕੋਲ ਜੋ ਇਹ ਪਵਿੱਤਰ ਪੁਸਤਕ ਪਈ ਹੋਈ ਹੈ, ਇਹਦੇ ਵਿੱਚ ਤੂੰ ਇੰਨੇ ਖਜ਼ਾਨੇ ਰੱਖੇ ਹੋਏ ਖੁਦਾ, ਤੇ ਬਾਹਰ ਕੀ ਲੱਭਦੇ ਆ ਅਸੀਂ ਖੁਦਾ। ਖੋਜਣ ਵਾਲੇ ਪਾ ਲੈਂਦੇ ਆ, ਖੋਜਣ ਵਾਲੇ ਬਣ ਜਾਣ ਤੇ ਪਾਲਣ ਖੁਦਾ। ਨਿਕਲ ਆਉਣ ਹਨੇਰੇ ਚੋਂ ਖੁਦਾ, ਚਾਨਣ ਦੇ ਵਿੱਚ ਆ ਜਾਣ ਯੀਸ਼ੂ ਨਾਮ ਦੇ ਵਿੱਚ। ਪਰਮੇਸ਼ਵਰ ਸਾਰਿਆਂ ਨੂੰ ਆਸ਼ੀਸ਼ ਤੇ ਬਰਕਤ ਦੇਣਾ ਯੀਸ਼ੂ ਨਾਮ ਦੇ ਵਿੱਚ ਮੰਗਦੀਆਂ ਤੇ ਇਹਨਾਂ ਸਭਨਾਂ ਲਈ ਪਾ ਲੈਂਦੀਆਂ। ਆਮੀਨ ਆਮੀਨ ਆਮੀਨ। ਸੋ ਸਾਰਿਆਂ ਨੂੰ ਜੈ ਮਸੀਹ ਦੀ। ਪਰਮੇਸ਼ਵਰ ਤੁਹਾਨੂੰ ਇਸ ਕਲਾਮ ਦੇ ਵਿੱਚ ਦੀ ਪੜ੍ਹਨ ਵਾਲਿਆਂ ਨੂੰ ਤੇ ਸੁਣਨ ਵਾਲਿਆਂ ਨੂੰ ਦੋਨਾਂ ਨੂੰ ਬਰਕਤ ਦੇਣ, ਤਾਂ ਕਿ ਖੁਦਾ ਦੀ ਮਹਿਮਾ ਸਾਡੇ ਜੀਵਨਾਂ 'ਚ ਹੁੰਦੀ ਰਹੇ। ਪਰਮੇਸ਼ਵਰ ਦੇ ਪਵਿੱਤਰ ਕਲਾਮ ਨੂੰ ਚੱਕੋ ਔਰ ਸ਼ੁਭ ਸਮਾਚਾਰ ਖੁਦਾ ਦਾ ਦਵੋ, ਲੋਕਾਂ ਵਿੱਚ ਪ੍ਰਚਾਰ ਕਰੋ, ਔਰ ਇਹਦੀ ਤਾਕਤ ਨੂੰ ਫਿਰ ਤੁਸੀਂ ਦੇਖੋਗੇ। ਜੋ ਜੋਤੀ ਵਿੱਚ ਆ ਉਹ ਬੈਠਾ ਨਹੀਂ ਰਹੇਗਾ, ਜਿਹਦੇ ਵਿੱਚ ਨਮਕ ਆ ਉਹ ਕਦੀ ਨਹੀਂ ਬੈਠੇਗਾ, ਕਦੀ ਵੀ ਉਹ ਇਸ ਤਰ੍ਹਾਂ ਟਿਕ ਕੇ ਨਹੀਂ ਬੈਠੇਗਾ। ਅਸੀਂ ਬਸ ਹਾਂ ਇਨਫ ਆ ਇੰਨਾ, ਉਹੀ ਲੋਕ ਕਹਿੰਦੇ ਜਿਹਦੇ ਵਿੱਚ ਨਮਕ ਨਹੀਂ ਹੈਗਾ। ਜਿਹਦੇ ਵਿੱਚ ਨਮਕ ਆ ਨਾ ਉਹ ਕਦੀ ਨਹੀਂ ਬੈਠੇਗਾ। ਜੋ ਖੁਦਾ ਨੇ ਮੇਰੇ ਅੰਦਰ ਨਮਕ ਭਰਿਆ, ਮੈਂ ਰਹਿ ਨਹੀਂ ਪਾਈ। ਮੈਂ ਪਹਿਲਾਂ ਵੀ ਕਲਾਮ ਸੁਣਾਉਂਦੀ ਸੀ, ਅੱਜ ਖੁਦਾ ਨੇ ਮੈਨੂੰ ਕਿਹਾ ਜਾ ਤੇ ਹੁਣ ਆਨਲਾਈਨ ਲੋਕਾਂ ਤੱਕ ਮੇਰੇ ਸੰਦੇਸ਼ ਨੂੰ ਪਹੁੰਚਾ ਕਿ ਤੁਹਾਡੇ ਜੀਵਨ ਕਿੱਦਾਂ ਦੇ ਹੋਣੇ ਚਾਹੀਦੇ। ਸੋ ਪਰਮੇਸ਼ਵਰ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਤੇ ਬਰਕਤ ਦੇਣ।
ਜ਼ਰੂਰ ਇਸ ਵਚਨ 'ਤੇ ਮੈਨੂੰ ਕਮੈਂਟ ਕਰਨਾ, ਦੱਸਣਾ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ। ਪਰਮੇਸ਼ਵਰ ਤੁਹਾਨੂੰ ਬਹੁਤ ਸਾਰੀ ਬਰਕਤ ਤੇ ਆਸ਼ੀਸ਼ ਦੇਣ। ਔਰ ਅੱਜ ਮੇਰੇ ਬੇਟੇ ਵੰਸ਼ ਦਾ ਬਰਥਡੇ ਆ, ਸੋ ਤੁਸੀਂ ਸਾਰਿਆਂ ਨੇ ਉਹਦੇ ਲਈ ਦੁਆ ਕਰਨੀ, ਪ੍ਰਾਰਥਨਾ ਕਰਨੀ ਕਿ ਖੁਦਾ ਆਉਣ ਵਾਲੇ ਸਮੇਂ ਦੇ ਵਿੱਚ ਉਸ ਨੂੰ ਗਲੋਰੀ ਟੂ ਗਲੋਰੀ ਹੋਰ ਇਸਤੇਮਾਲ ਕਰੇ, ਕਿਉਂਕਿ ਪਰਮੇਸ਼ਵਰ ਕਹਿੰਦਾ ਪੇੜ ਜਿਹੜਾ ਆ ਆਪਣੇ ਫਲਾਂ ਤੋਂ ਪਹਿਚਾਣਿਆ ਜਾਂਦਾ। ਜੇ ਅਸੀਂ ਪਰਮੇਸ਼ਵਰ ਦੀ ਖਿਦਮਤ ਕਰਨ ਵਾਲੇ ਹਾਂ ਤੇ ਸਾਡੇ ਬੱਚੇ ਓਬਵੀਅਸਲੀ ਪਰਮੇਸ਼ਵਰ ਦੀ ਖਿਦਮਤ ਕਰਨਗੇ, ਕਿਉਂਕਿ ਜੋ ਸਾਡੇ ਵਿੱਚ ਆ ਉਹੀ ਬੱਚਿਆਂ ਦੇ ਵਿੱਚ ਆਉਂਦਾ। ਕਿਉਂਕਿ ਅਸੀਂ ਉਸ ਪੇੜ ਦੀ ਕਿੱਦਾਂ ਰਖਵਾਲੀ ਕਰਦੇ ਹਾਂ, ਫਿਰ ਸਾਨੂੰ ਪਰਮੇਸ਼ਵਰ ਬੁੱਧੀ ਦਿੰਦੇ, ਵਿਜ਼ਡਮ ਦਿੰਦੇ ਆ। ਜੇ ਅਸੀਂ ਖੁਦਾ ਨਾਲ ਵਫਾਦਾਰ ਹਾਂ ਤੇ ਫਿਰ ਬੱਚੇ ਵੀ ਪਰਮੇਸ਼ਵਰ ਨਾਲ ਵਫਾਦਾਰ ਬਣਨਗੇ। ਸੋ ਸਾਰਿਆਂ ਨੇ ਦੁਆ ਤੇ ਪ੍ਰਾਰਥਨਾ ਕਰਨੀ। ਸਾਰਿਆਂ ਨੂੰ ਜੈ ਮਸੀਹ ਦੀ। ਗੋਡ ਬਲੈਸ ਯੂ।